ਕਿਹੜੇ ਵੇਲੇ ਇਹ ਕਿਹਦੇ ਤੇ ਕਰੇ ਹਮਲਾ। ਹੁੰਦਾ ਕੋਈ ਤਬਾਰ ਭੁਝਗਦਾ ਨਾ, ਆਦਤ ਇਸ ਦੀ ਜਾਣਦੀ ਕੁੱਲ ਦੁਨੀਆ। ਇਹਦੇ ਸਾਹਮਣੇ ਕੋਈ ਵੀ ਖੰਘਦਾ ਨਾ, ਜਿਹੜੀ ਜਗ੍ਹਾ ਹੈ ਇਹਦਾ ਨਿਵਾਸ ਹੁੰਦਾ, ਡਰਦਾ ਉੱਥੋਂ ਦੀ ਕੋਈ ਲੰਘਦਾ ਨਾ। ਇੱਕੋ ਇੱਕ ਇਸ ਦੀ ਸਿਫਤ ਵੱਡੀ, ਛੇਤੀ ਕੀਤਾ ਕਿਸੇ ਨੂੰ ਡੰਗਦਾ ਨਾ। ਐ ਪਰ ਚਰਨ ਸਿਆ ਜੇ ਡੰਗ ਦੇਵੇ, ਮਰਨ ਵਾਲਾ ਫਿਰ ਪਾਣੀ ਵੀ ਮੰਗਦਾ ਨਾ। ਜਦੋਂ ਭਾਜਪਾ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਨੂੰ ਕਹਿੰਦੇ ਵੀ ਹਰ ਵਰਗ ਹੁਣ ਤਾਂ ਆ ਗਿਆ ਭਾਈ, ਹੁਣ ਤਾਂ ਦੇਖ ਲਓ ਕਲਾਕਾਰ ਵੀ ਆ ਗਏ ਆ, ਪ੍ਰਚਾਰਕ ਵੀ ਆ ਗਏ ਆ, ਹੋਰ ਜਿਹੜੇ ਲੋਕ ਖੇਤੀ ਨਾਲ ਨਹੀਂ ਸੰਬੰਧਿਤ ਉਹ ਵੀ ਆ ਗਏ। ਉਹ ਇੱਕ ਗੱਲ ਕਹਿੰਦੇ ਆ ਜੀ, ਉਹ ਕਹਿੰਦੇ ਜਿਹੜੇ ਪ੍ਰਚਾਰਕ ਆ, ਢਾਡੀ ਆ, ਕਲਾਕਾਰ ਆ, ਵੀ ਇਹ ਤਾਂ ਆਪਣੀਆਂ ਸਟੇਜਾਂ ਬਚਾਉਣ ਦੇ ਲਈ ਸਟੇਜਾਂ ਤੋਂ ਬੋਲ ਰਹੇ ਨੇ। ਕਹਿੰਦੇ ਜਦੋਂ ਸਾਡੀਆਂ ਵੋਟਾਂ ਆਉਣੀਆਂ ਤਾਂ ਸਿਆਸੀ ਸਟੇਜਾਂ 'ਤੇ ਇਹਨਾਂ ਨੂੰ ਪੈਸੇ ਦੇ ਕੇ ਚੜ੍ਹਾ ਕੇ ਦਿਖਾਵਾਂਗੇ, ਅਤੇ ਇਹਨਾਂ ਨੂੰ ਸਿਰਫ ਪੈਸੇ ਦਾ ਲਾਲਚ ਆ ਜੀ। ਤੁਸੀਂ ਉਹਨਾਂ ਲੋਕਾਂ ਨੂੰ ਕੀ ਜਵਾਬ, ਕਿ ਜੇ ਕੱਲ੍ਹ ਨੂੰ ਆਲਮਗੀਰ ਸਾਹਿਬ ਨੂੰ ਭਾਜਪਾ ਵਾਲਿਆਂ ਨੇ ਦਿੱਤਾ 4 ਲੱਖ 5 ਲੱਖ ਰੁਪਇਆ, ਵੀ ਆ ਜਾਓ ਜੀ ਹੁਣ ਸਾਡੇ ਸਟੇਜ ਤੋਂ ਵੀ ਬੋਲੋ, ਕਿ ਆਲਮਗੀਰ ਸਾਹਿਬ ਉੱਥੇ ਵੀ ਫਿਰ ਦਿਸਣਗੇ ਜੀ ਭਾਜਪਾ ਦੀਆਂ ਸਟੇਜਾਂ 'ਤੇ, ਸਿਆਸੀ ਸਟੇਜਾਂ 'ਤੇ ਜੀ। ਪਰ ਜੇ ਉਹਨਾਂ ਨੇ ਇਹੀ ਕਹਿ ਦਿੱਤਾ, ਜੇ ਉਹਨਾਂ ਨੇ ਜੀ ਵੀ ਪੈਸੇ ਦੇ ਕੇ ਵੀ ਚਲੋ ਜੀ ਹੁਣ ਤੁਸੀਂ ਥੋੜ੍ਹਾ ਜਿਹਾ ਇਹਨਾਂ ਨੂੰ, ਕਿਸਾਨਾਂ ਨੂੰ ਸਰਕਾਰ ਦੇ ਪਾਸਿਓਂ ਥੋੜ੍ਹਾ ਜਿਹਾ ਸਮਝਾਓ ਬਿੱਲਾਂ ਬਾਰੇ, ਵੀ ਸੋਧ 'ਤੇ ਆ ਜਾਣ। ਅਸੀਂ ਇਹ ਕਹਾਂਗੇ ਵੀ ਕਾਲੇ ਕਾਨੂੰਨ ਜਿੰਨੇ ਚਿਰ ਰੱਦ ਨਹੀਂ ਕਰਦੇ ਉਹਨਾਂ ਚਿਰ ਚੈਨ ਨਾਲ ਨਹੀਂ ਬੈਠਾਂਗੇ, ਤੇ ਜਿੰਨਾ ਚਿਰ ਤੁਹਾਡੀ ਗਰਦਨ ਦੇ ਵਿੱਚੋਂ, ਮੋਦੀ ਦੀ ਗਰਦਨ ਦੇ ਵਿੱਚੋਂ ਹੈਂਕੜ ਦਾ ਕੀਲਾ ਨਹੀਂ ਨਿਕਲਦਾ, ਉਹਨਾਂ ਚਿਰ ਚੁੱਪ ਕਰਕੇ ਨਹੀਂ ਬੈਠਾਂਗੇ। ਜ਼ਿਮੀਂਦਾਰਾਂ ਦੇ ਵੱਡੇ ਵੱਡੇ ਖੇਤਾਂ ਦੇ ਵਿੱਚ ਜਿਹੜੇ ਮੁਜ਼ਾਰੇ ਹਲ ਵਾਹੁੰਦੇ ਸਨ, ਬੰਦਾ ਸਿੰਘ ਬਹਾਦਰ ਨੇ ਐਲਾਨ ਕਰਤਾ ਬਈ ਜਿਹੜਾ ਹਲ ਵਾਹਕ ਆ, ਇਹ ਹਲ ਵਾਹਕ ਹਲ ਵਾਹੁੰਦਾ ਇਸ ਖੇਤ ਦੇ ਵਿੱਚ, ਇਹ ਮਾਲਕ ਹੋਊਗਾ ਖੇਤ ਦਾ। ਤੇ ਪ੍ਰੈਕਟੀਕਲ ਕੀਤਾ, ਹੱਕ ਦਵਾਏ ਸੀ ਇਹ ਖੋਣ ਚੱਲੇ। ਹਾਂਜੀ, ਉਹਨਾਂ ਨੇ ਬੰਦਾ ਸਿੰਘ ਬਹਾਦਰ, ਇਹਨੂੰ ਕਹਿੰਦੇ ਨੇ ਜੀ ਰਾਜ। ਉਹ ਅਗਰ ਉਹ ਇਹ ਇਤਿਹਾਸ ਨਹੀਂ ਸਾਡਾ ਜਾਣਦਾ, ਫਿਰ ਤਾਂ ਉਹੀ ਗੱਲ ਆ ਵੀ ਨਟ ਬੋਲਟ ਢਿੱਲੇ ਨੇ, ਉਹ ਸਪੇਅਰ ਪਾਰਟਸ ਵਿਗੜਿਆ ਹੋਇਆ, ਤੇ ਉਹਨੂੰ ਇਹ ਆਪਦੇ ਨਟ ਬੋਲਟ ਠੀਕ ਕਰਨੇ ਚਾਹੀਦੇ ਨੇ, ਆਪਦਾ ਦਿਮਾਗ ਠੀਕ ਕਰਨਾ ਚਾਹੀਦਾ। ਕਿਸੇ ਵੀ ਹੁਕਮਰਾਨ ਨੇ ਜਿਹਨੇ ਕਿਸੇ ਦੂਜੇ ਦੇ ਹੱਕ ਦੇ ਉੱਤੇ ਵੀ ਡਾਕਾ ਮਾਰਿਆ, ਸਿੱਖ ਕੌਮ ਨੇ ਤਾਂ ਉਹਨੂੰ ਬਰਦਾਸ਼ਤ ਨਹੀਂ ਕੀਤਾ। ਇਹ ਸੋਨਾ ਪੈਦਾ ਕਰਦਾ ਮਿੱਟੀ ਦੇ ਵਿੱਚੋਂ, ਕਿਉਂਕਿ ਸੰਸਕ੍ਰਿਤ ਦੇ ਵਿੱਚ ਕਣਕ ਸੋਨੇ ਨੂੰ ਕਹਿੰਦੇ ਨੇ, ਤੇ ਕਣਕ ਦਾ ਰੰਗ ਵੀ ਸੋਨੇ ਰੰਗਾ ਹੀ ਹੁੰਦਾ, ਸੋ ਇਸ ਕਰਕੇ ਇਹ ਸੋਨਾ ਪੈਦਾ ਕਰਦਾ। ਜਿਹੜਾ ਬੰਦਾ ਅੰਨ ਖਾਂਦਾ, ਉਹ ਅੰਨਦਾਤੇ ਦੇ ਖਿਲਾਫ ਨਹੀਂ ਹੋ ਸਕਦਾ ਜੀ। ਅੰਨ ਤਾਂ ਫਿਰ ਖਾਂਦੇ ਆ, ਸਨੀ ਦਿਓਲ ਵੀ ਖਾਂਦਾ, ਹੰਸਰਾਜ ਵੀ ਖਾਂਦਾ ਜੀ। ਫਿਰ ਜਿਹੜਾ ਅੰਨ ਖਾਂਦਾ ਜੀ, ਅਗਰ ਉਹ ਅੰਨ ਖਾ ਕੇ ਹਰਾਮ ਕਰਦਾ, ਫਿਰ ਇਹਨਾਂ ਨੇ ਤਾਂ ਖਾਦਾ ਵੀ ਅੰਨਦਾਤਿਆਂ ਦਾ ਹੀ ਆ। ਕਿਉਂਕਿ ਅਖਾੜੇ ਜਾਂ ਹੋਰ ਫਿਲਮਾਂ ਦੇਖੀਆਂ, ਜਾਂ ਹੋਰ ਜਿਹੜੇ ਸਾਡੇ ਅਖਾੜੇ ਤਾਂ ਲਾਉਂਦੇ ਹੀ ਸਾਡੇ ਪੰਜਾਬ ਦੇ ਆ ਜ਼ਿਆਦਾਤਰ, ਹੰਸਰਾਜ ਤਾਂ ਬਣੇ ਹੀ ਪੰਜਾਬੀਆਂ ਤੋਂ ਆ ਜੀ। ਜਿੰਨਾ ਚਿਰ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਹਨਾਂ ਚਿਰ ਥਲੀ ਸਾਹਿਬ ਇਹ ਪੰਜਾਬ ਦੇ ਜੱਟਾਂ ਨੂੰ ਉੱਥੋਂ ਮੋੜਨ ਵਾਲਾ ਕੋਈ ਜੰਮਿਆ ਨਹੀਂ। ਕਿਸਾਨੀ ਅੰਦੋਲਨ ਚੱਲ ਰਿਹਾ ਹੈ ਦਿੱਲੀ ਦੀਆਂ ਬਰੂਹਾਂ 'ਤੇ, ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਡਟੇ ਹੋਏ ਨੇ। ਹਰ ਕੋਈ ਵਿਅਕਤੀ, ਚਾਹੇ ਉਹ ਬਿਜ਼ਨਸਮੈਨ ਹੈ, ਚਾਹੇ ਕੋਈ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਕਿਉਂ ਨਾ ਹੋਵੇ, ਚਾਹੇ ਉਹ ਪ੍ਰਚਾਰਕ ਹੋਵੇ, ਕੀਰਤਨੀਆ ਹੋਵੇ, ਢਾਡੀ ਹੋਵੇ, ਤਾਂ ਜੇ ਸਟੇਜ ਤੋਂ ਵੀ ਗੱਲ ਕਰਦਾ ਹੈ ਤਾਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਂਦੀ ਹੈ। ਇਸ ਅੰਦੋਲਨ ਨੂੰ ਜਿੱਥੇ ਹਮਾਇਤ, ਸਮਰਥਨ ਦਿੱਤਾ ਜਾ ਰਿਹਾ, ਉੱਥੇ ਕੇਂਦਰ ਸਰਕਾਰ ਨੂੰ ਲਾਹਨਤਾਂ ਦੇ ਨਾਲ ਨਾਲ ਇਹਨਾਂ ਖੇਤੀ ਬਿੱਲਾਂ ਦਾ, ਕਾਨੂੰਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ। ਸਾਡੇ ਨਾਲ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਚਰਨ ਸਿੰਘ ਜੀ ਆਲਮਗੀਰ, ਜਿਹੜੇ ਕਿ ਸਿੱਖ ਕੌਮ ਦੇ ਵਿੱਚ ਇੱਕ ਵੱਖਰਾ ਸਥਾਨ ਰੱਖਦੇ ਨੇ, ਸਿਰਮੌਰ ਢਾਡੀ ਨੇ, ਪਿੰਡ ਥਲੀ ਖੁਰਦ ਵਿਖੇ ਅੱਜ ਇਹਨਾਂ ਨੇ ਸੰਗਤ ਦੇ ਦਰਸ਼ਨ ਕੀਤੇ, ਤੇ ਉਸ ਦੌਰਾਨ ਵੀ ਕੇਂਦਰ ਦੀ ਮੋਦੀ ਸਰਕਾਰ ਨੂੰ ਵੰਗਾਰਿਆ, ਲਾਹਨਤਾਂ ਪਾਈਆਂ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲਮਗੀਰ ਸਾਹਿਬ,
ਲੰਮੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ, ਪਰ ਹਾਕਮ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਨਾ ਤਾਂ ਉਹਨੂੰ ਦਰਦ ਹੈ ਹਾਂਜੀ ਤੇ ਨਾ ਹੀ ਉਹ ਕਿਸੇ ਵੀ ਤਰ੍ਹਾਂ ਦਾ ਮਤਲਬ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਕੋਈ ਆਦੇਸ਼ ਦੇ ਰਿਹਾ ਹੈ, ਹਾਂਜੀ। ਫੈਸਲਾ ਲੈ ਰਿਹਾ। ਕਿਸ ਤਰ੍ਹਾਂ ਵੇਖਦੇ ਹੋ ਜੀ? ਅਸਲ ਵਿੱਚ ਇਹ ਜਿਹੜਾ ਮੁੱਦਾ ਜੀ ਇਹ ਬਹੁਤ ਹੀ ਸੰਸਾਰ ਵਿਆਪੀ ਬਣ ਚੁੱਕਿਆ। ਹੂੰ ਇਹ ਕੋਈ ਇੱਕ ਖੇਤਰ ਦਾ ਨਹੀਂ ਰਿਹਾ। ਹੂੰ ਜਿਹੜਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਆ, ਹੂੰ ਇਸ ਨੇ ਇਹ ਜਿਹੜਾ ਫੈਸਲਾ ਕੀਤਾ, ਇਹ ਫੈਸਲਾ ਇਹਨੇ ਰਾਜ ਹੱਥ ਨਾਲ ਕੀਤਾ। ਹੂੰ ਕਿਉਂਕਿ ਜਿਹੜਾ ਰਾਜਾ, ਜੀ ਰਾਜੇ ਦਾ ਕੰਮ ਆ ਪ੍ਰਜਾ ਦੇ ਹਿੱਤਾਂ ਦੀ ਰਾਖੀ ਕਰਨੀ, ਹੂੰ ਪ੍ਰਜਾ ਦਾ ਉਹਨਾਂ ਦੇ ਹੱਕ ਸੱਚ ਦਾ ਪੂਰਾ ਧਿਆਨ ਦੇਣਾ। ਹੂੰ ਜੇ ਉਹਨਾਂ ਦਾ ਕੋਈ ਹੱਕ ਸੱਚ ਦਾ ਕੋਈ ਉਹਨਾਂ ਦਾ ਮੁੱਦਾ, ਤਾਂ ਕਿਉਂਕਿ ਇਹ ਜਿਹੜੇ ਰਾਜੇ ਨੇ ਇਹਨਾਂ ਨੂੰ ਤਾਂ ਹੁਣ EVM ਕਹਿੰਦੇ ਨੇ ਵੀ EVM ਦੇ ਵਿੱਚੋਂ ਨਿਕਲੇ ਹੋਏ ਨੇ, ਹੂੰ ਪਰ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਬਈ ਜੇ ਲੋਕ ਇਹਨਾਂ ਨੂੰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੇ ਤਖਤ ਤੇ ਬਿਠਾ ਸਕਦੇ ਨੇ ਤਾਂ ਲੋਕਾਂ ਕੋਲੇ ਸ਼ਕਤੀ ਹੈ, ਲੋਕ ਲਾਭ ਵੀ ਸਕਦੇ ਨੇ। ਹੂੰ ਸੋ ਇਹ ਜਿਹੜਾ ਫੈਸਲਾ ਇਹ ਬਹੁਤ ਹੀ ਗਲਤ ਫੈਸਲਾ, ਕਿਉਂਕਿ ਇਹ ਕਿਸਾਨ ਜਿਹੜਾ ਪੂਰੇ 130 ਕਰੋੜ ਦਾ 3 ਕਰੋੜ ਹੁੰਦਿਆਂ ਹੋਇਆ ਹੂੰ ਇਹ ਸਾਰੇ ਦੇਸ਼ ਦਾ ਅਨਾਜ ਨਾਲ ਢਿੱਡ ਭਰਦਾ, ਹੂੰ ਤੇ ਜੇ ਉਹਦੇ ਥਾਲੀ ਦੇ ਵਿੱਚੋਂ ਰੋਟੀ ਚੱਕ ਲਈ ਹੂੰ ਤਾਂ ਇਹਨੂੰ ਕਿਸੇ ਤਰ੍ਹਾਂ ਵੀ ਇਹਨੂੰ ਇਹ ਠੀਕ ਫੈਸਲਾ ਨਹੀਂ ਕਿਹਾ ਜਾ ਸਕਦਾ। ਸੋ ਇਹ ਢੀਠਤਾਈ ਦੀ ਹੱਦ ਹੈ ਮੋਦੀ ਦੀ, ਕਿਉਂਕਿ ਜਿਹੜੇ ਆਪ ਦੇ ਹੱਕ ਸੱਚ ਦੀ ਲੜਾਈ ਤੇ ਅੱਜ ਉੱਥੇ ਬਾਰਡਰ ਦੇ ਉੱਤੇ ਡਟੇ ਹੋਏ ਨੇ ਕਿਸਾਨ, ਜੇ ਆਪਾਂ ਇਹਨਾਂ ਦਾ ਇਤਿਹਾਸ ਪੜ੍ਹੀਏ, ਹੂੰ ਇਹਨਾਂ ਦਾ ਇਤਿਹਾਸ ਹੀ ਹੱਕ ਸੱਚ ਤੋਂ ਸ਼ੁਰੂ ਹੁੰਦਾ ਹੈ। ਜੀ ਕਿਉਂਕਿ ਜਿਹੜੇ ਕਿਸੇ ਦੇ ਹੱਕ ਸੱਚ ਲਈ ਲੜਾਈ ਲੜ ਸਕਦੇ ਆ ਹੂੰ ਤੇ ਉਹ ਆਪਦੇ ਹੱਕ ਸੱਚ ਦੀ ਲੜਾਈ ਆਪਦਾ ਹੱਕ ਵੀ ਲੈ ਸਕਦੇ ਆ। ਸੋ ਇਸ ਕਰਕੇ ਮੋਦੀ ਇਹ ਨਾ ਕਦੇ ਵੀ ਸੋਚੇ ਬਈ ਇਹ ਲੜਾਈ ਦੇ ਵਿੱਚ ਇਹ ਕਿਸਾਨਾਂ ਦੇ ਜਿਹੜੇ ਮਸਲੇ ਨੇ, ਜਿਹੜਾ ਕਿਸਾਨਾਂ ਦੇ ਉੱਤੇ ਇਹ ਜ਼ੁਲਮ ਕਰ ਰਿਹਾ, ਹੂੰ ਵੀ ਇਹਦੇ ਵਿੱਚ ਉਹ ਆਪਦੀ ਅੜੀ ਪਗਾ ਲਊਗਾ। ਜਿੰਨਾ ਚਿਰ ਕਾਲੇ ਕਾਨੂੰਨ, ਤਿੰਨੇ ਕਾਲੇ ਕਾਨੂੰਨ ਜਿਹੜੇ ਕਿਸਾਨ ਵਿਰੋਧੀ ਨੇ ਰੱਦ ਨਹੀਂ ਹੁੰਦੇ, ਉਹਨਾਂ ਚਿਰ ਕਿਸਾਨਾਂ ਨੂੰ, ਜਿਹੜੇ ਸਾਰੇ ਦੇਸ਼ ਦੇ ਕਿਸਾਨ ਹੀ ਉੱਥੇ ਬੈਠੇ ਨੇ, ਉੱਥੋਂ ਕੋਈ ਉਠਾਉਣ ਵਾਲਾ ਜੰਮਿਆ ਨਹੀਂ। ਚਾਹੇ ਅੱਜ ਹੋਵੇ ਚਾਹੇ ਕੱਲ੍ਹ ਹੋਵੇ, ਹੂੰ ਜਿੱਤ ਹੱਕ ਸੱਚ ਦੀ ਹੋਊਗੀ, ਜਿੱਤ ਕਿਸਾਨਾਂ ਦੀ ਹੋਊਗੀ। ਮੈਂ ਇਹ ਗੱਲ ਬੜੇ ਵਿਸ਼ਵਾਸ ਨਾਲ ਕਹਿਣੀ ਚਾਹੁੰਦਾ ਜੀ ਥਲੀ ਸਾਹਿਬ। ਜੀ ਆਲਮਗੀਰ ਸਾਹਿਬ, ਫਿਰ ਇਸ ਗੱਲ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਅਸੀਂ ਸਾਰੇ ਕਹੀ ਜਾਂਦੇ ਕਾਨੂੰਨ ਜਿਹੜੇ ਹੈਗੇ ਆ ਇਹ ਗਲਤ ਬਣਾਏ ਗਏ ਨੇ, ਰੱਦ ਹੋਣੇ ਚਾਹੀਦੇ, ਪਰ ਹਰਜੀਤ ਗਰੇਵਾਲ ਕਹਿੰਦਾ ਅਸੀਂ 130 ਕਰੋੜ ਨੂੰ ਦੇਖਣਾ, ਕਹਿੰਦਾ ਇਹ ਇੱਥੇ 1-2 ਲੱਖ ਜੇ ਲੋਕ ਆ ਵੀ ਗਿਆ ਤਾਂ ਭਾਜਪਾ ਦਾ ਲੀਡਰ ਜਿਹੜਾ ਹਰਜੀਤ ਗਰੇਵਾਲ ਉਹ ਕਹਿੰਦਾ ਅਸੀਂ ਇਹਨਾਂ ਨੂੰ ਨਹੀਂ, ਕਹਿੰਦਾ ਜੇ ਇੰਨਾ ਹੀ ਆ ਫਿਰ ਰਾਸ਼ਟਰਪਤੀ ਦੀ ਕੁਰਸੀ ਪਰੇ ਬੈਠ ਜਾਣ ਇਹ ਕਿਸਾਨ ਆਗੂ, ਜਿਨ੍ਹਾਂ ਨੂੰ ਲੱਗਦਾ ਫਿਰ ਆਪੇ ਫੈਸਲੇ ਕਰ ਲਿਆ ਕਰਨ। ਨਹੀਂ, ਫਿਰ ਗੱਲ ਐ ਆ ਥਲੀ ਸਾਹਿਬ, ਜਿਹੜਾ ਸੰਵਿਧਾਨ ਆ ਹੂੰ ਉਹ ਸੰਵਿਧਾਨ ਦੇ ਵਿੱਚ ਹੁਣ ਜਿਹੜੇ ਚੈਪਟਰ ਬਣੇ ਹੋਏ ਨੇ, ਹੂੰ ਜੇ ਹੁਣ ਇਹ ਲੋਕਤੰਤਰ ਆ, ਹੂੰ ਜੇ ਇਹ ਡੈਮੋਕ੍ਰੇਸੀ ਆ, ਇਹ ਲੋਕਤੰਤਰ ਦੇ ਵਿੱਚ ਆਪਾਂ ਨੂੰ ਜਿਹੜਾ ਸੰਵਿਧਾਨ ਦਿੱਤਾ ਗਿਆ, ਹੂੰ ਉਹ ਸੰਵਿਧਾਨ ਦੇ ਵਿੱਚ ਆਪਾਂ ਨੂੰ ਜਿਹੜੇ ਹੱਕ ਦਿੱਤੇ ਗਏ ਨੇ ਜਾਂ ਜਿਹੜੇ ਚੈਪਟਰ ਦਿੱਤੇ ਗਏ ਨੇ, ਜਿਹੜੇ ਹੁਣ ਸਟੇਟ ਦੇ ਚੈਪਟਰ ਨੇ ਤੇ ਜਿਹੜੇ ਕੇਂਦਰ ਦੇ ਚੈਪਟਰ ਨੇ ਜੀ, ਤੇ ਜੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਉਹਦੇ ਉੱਤੇ ਪਹਿਰਾ ਨਹੀਂ ਦਿੰਦਾ ਵੀ ਜਿਹੜਾ ਸਟੇਟ ਦਾ ਚੈਪਟਰ ਆ ਉਹਦੇ ਵਿੱਚ ਉਹ ਕੇਂਦਰੀ ਧੱਕਾ ਕਰਦਾ, ਕੇਂਦਰ ਨੂੰ ਜਾ ਕੇ ਉਹਦੇ ਵਿੱਚ ਦਖਲਅੰਦਾਜ਼ੀ ਕਰਦਾ ਜੀ, ਤੇ ਉਹਨੂੰ ਕੇਂਦਰੀ ਤਾਕਤ ਦੇ ਨਾਲ, ਆਪਦੀ ਹੈਂਕੜ ਦੇ ਨਾਲ ਉਹ ਸਟੇਟਾਂ ਦੇ ਹੱਕ ਖੋਹਦਾ, ਤਾਂ ਫਿਰ ਇਹ ਉਹਨੂੰ ਕਿਵੇਂ ਠੀਕ ਕਿਹਾ ਜਾ ਸਕਦਾ? ਕਿਉਂਕਿ ਸੰਵਿਧਾਨ ਬਾਰੇ ਆਪਾਂ ਨੂੰ ਇਸ ਗੱਲ ਦੀ ਨੌਲੇਜ ਹੋਣੀ ਚਾਹੀਦੀ ਆ, ਕਿਉਂਕਿ ਸੰਵਿਧਾਨ ਦੇ 7ਵੇਂ ਸ਼ਡਿਊਲ ਦੀ ਦੂਜੀ ਸੂਚੀ ਦਾ ਜਿਹੜਾ 17ਵਾਂ ਅੰਦਰਾਜ ਆ, ਜੇ ਆਪਾਂ ਉਹਨੂੰ ਧਿਆਨ ਨਾਲ ਪੜ੍ਹੀਏ, ਉਹਦੇ ਵਿੱਚ ਜਿਹੜਾ ਖੇਤੀਬਾੜੀ ਦਾ ਵਿਸ਼ਾ ਇਹ ਸਟੇਟ ਦਾ ਵਿਸ਼ਾ, ਸਟੇਟ ਦਾ, ਤੇ ਫਿਰ ਜੇ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਸੰਵਿਧਾਨਕ ਤਾਕਤਾਂ ਨੂੰ, ਸੰਵਿਧਾਨਕ ਅਧਿਕਾਰਾਂ ਨੂੰ ਆਪ ਹੀ ਇਗਨੋਰ ਕਰਦਾ, ਉਹਦੀ ਉਲੰਘਣਾ ਕਰਦਾ, ਤਾਂ ਫਿਰ ਉਹ ਬਾਕੀ ਹਿੰਦੁਸਤਾਨ ਦੇ ਦੇਸ਼ ਵਾਸੀਆਂ ਨੂੰ ਸੰਵਿਧਾਨ ਦੀ ਪਾਲਣਾ ਕਰਨ ਵਾਸਤੇ ਕਿਵੇਂ ਕਹਿ ਸਕਦਾ? ਉਹ ਇਹ ਅਨਕਨਸਟੀਟਿਊਸ਼ਨਲ ਹੈ। ਉਹੀ ਤਾਂ ਇਹ, ਪਰ ਇਹ ਕਹੀ ਜਾਂਦੇ ਵੀ ਇਹ ਐਗਰੀਕਲਚਰ ਦਾ ਵਿਸ਼ਾ ਨਹੀਂ ਹੈਗਾ, ਇਹ ਟ੍ਰੇਡ ਐਂਡ ਕਾਮਰਸ ਆ, ਉਹ ਕਹਿੰਦੇ ਐਗਰੀਕਲਚਰ ਦਾ ਵਿਸ਼ਾ ਜੀ, ਕਿਉਂਕਿ ਜਿਹੜਾ ਆਪਾਂ ਆਪ ਦੇ ਹਲ ਦੀ ਨੋਕ ਦੇ ਨਾਲ ਧਰਤੀ ਦੇ ਵਿੱਚੋਂ ਅਨਾਜ ਪੈਦਾ ਕਰਦੇ ਆ, ਇਹ ਟ੍ਰੇਡ ਨਹੀਂ ਹੁੰਦਾ ਜੀ, ਇਹ ਟ੍ਰੇਡ ਨਹੀਂ। ਕਿਉਂਕਿ ਜਿਹੜਾ ਮੈਂ ਉਹੀ ਬੇਨਤੀ ਕਰਦਾ ਵੀ ਜਿਹੜੇ ਕਾਨੂੰਨ ਬਣਾਏ ਨੇ, ਉਹ ਕਾਨੂੰਨ ਫਿਰ ਕਿਹੜਾ ਆਪਾਂ ਕਿਤਾਬਾਂ 'ਚ ਰੱਖਣ ਵਾਸਤੇ ਬਣਾਏ ਨੇ? ਜੇ ਫਿਰ ਇਹੀ ਗਰੇਵਾਲ ਤੁਹਾਨੂੰ ਕਹਿ ਦੇ ਵੀ ਤੁਸੀਂ
ਸਾਬਿਤ ਕਰਕੇ ਦਿਖਾਓ ਵੀ ਇਹ ਟ੍ਰੇਡ ਨਹੀਂ ਕਿਵੇਂ। ਅਸੀਂ ਕਿਉਂਕਿ ਗਰੇਵਾਲ ਨੂੰ ਹੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਮਤਲਬ ਇਹ ਟ੍ਰੇਡ ਕੀ ਹੁੰਦਾ ਤੇ ਜਿਹੜਾ ਖੇਤੀਬਾੜੀ ਵਿਸ਼ਾ ਕੀ ਹੁੰਦਾ, ਕਿਉਂਕਿ ਅਨਾਜ ਜਿਹੜਾ ਧਰਤੀ 'ਚੋਂ ਪੈਦਾ ਕੀਤਾ ਜਾਂਦਾ, ਜਿਹੜਾ ਜੱਟ ਧਰਤੀ ਦੇ ਵਿੱਚ ਅਨਾਜ ਪੈਦਾ ਕਰਦਾ, ਉਹਨੇ ਉਹ ਅਨਾਜ ਪੈਦਾ ਕਰਕੇ ਉਹਨੂੰ ਵੇਚਣਾ, ਉਹਨੇ ਆਪਦਾ ਅਨਾਜ ਪੈਦਾ ਕੀਤਾ ਤੇ ਉਹਨੂੰ, ਕਿਉਂਕਿ APMC ਆ ਜਿਹੜਾ ਸਾਡਾ 1961 ਦੇ ਵਿੱਚ ਐਕਟ ਬਣਿਆ ਸੀ, ਇਹ ਐਕਟ ਆ ਜਿਹੜਾ, ਇਹ ਐਕਟ ਮਤਲਬ ਸਾਨੂੰ ਇਹ ਅਧਿਕਾਰ ਦਿੰਦਾ ਬਈ ਅਸੀਂ ਆਪਦਾ ਅਨਾਜ ਪੈਦਾ ਕਰਕੇ ਅਸੀਂ ਮੰਡੀ ਦੇ ਵਿੱਚ ਵੇਚੀਏ, ਮੰਡੀ ਦੇ ਵਿੱਚ ਵੇਚੀਏ। ਤੇ ਮੰਡੀ ਸਾਨੂੰ ਮੰਡੀ ਬੋਰਡ ਆ ਜਿਹੜਾ, ਮੰਡੀ ਬੋਰਡ ਦੇ ਵਿੱਚ ਜਿਹੜੀਆਂ ਮੰਡੀਆਂ ਲੱਗਦੀਆਂ ਨੇ, ਮੰਡੀਆਂ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਵੀ ਹੁੰਦੇ ਨੇ, ਜਾਣੀ ਖਰੀਦਣ ਵਾਲੇ ਤੇ ਆੜ੍ਹਤੀਆ ਵੀ ਹੁੰਦਾ। ਤੇ ਆਪਾਂ ਨੂੰ ਸਾਰੀ ਗੱਲ ਦਾ ਪਤਾ, ਆਪਾਂ ਨੂੰ ਸਾਰੀ ਲੋਕ ਗਵਾਹੀ ਦਾ ਕੰਮ ਕਰਦੇ ਨੇ, ਗਵਾਹ ਲੋਕ ਹੀ ਇਸ ਗੱਲ ਦੇ ਗਵਾਹ ਨੇ। ਇਹ ਤਾਂ ਇਹੋ ਜਿਹੇ ਤਾਂ ਸਵਾਲ ਕਰਨੇ, ਜਿਹੋ ਜਿਹਾ ਪ੍ਰਚਾਰ ਕਰਨਾ ਹੀ ਇਹਨਾਂ ਲੋਕਾਂ ਲਈ ਗਲਤ ਆ। ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਹਨੂੰ ਵਪਾਰ ਬਣਾਈ ਜਾਂਦੇ ਨੇ। ਉਹ ਤਾਂ ਦਸਾਂ ਨੋਹਾਂ ਦੀ ਮਿਹਨਤ ਕਰਦਾ ਕਿਸਾਨ, ਦਸਾਂ ਨੋਹਾਂ ਦੀ ਕਮਾਈ ਕਰਕੇ ਉਹਨੂੰ ਰਾਈਟ ਮਿਲਿਆ ਹੋਇਆ, ਉਹਨੂੰ ਚੈਪਟਰ ਮਿਲਿਆ ਹੋਇਆ, ਉਹਨੂੰ ਹੱਕ ਮਿਲਿਆ ਹੋਇਆ, ਮੰਡੀ ਮਿਲੀ ਹੋਈ ਆ। ਮੰਡੀ ਦੇ ਵਿੱਚ ਉਹ ਆਪਦੀ ਫਸਲ ਲੈ ਕੇ ਜਾਂਦਾ। ਮੰਡੀ ਦੇ ਵਿੱਚ ਆੜ੍ਹਤੀਆ ਜਿਹੜਾ ਰਜਿਸਟਰਡ ਹੈ, ਆੜ੍ਹਤੀਆ ਵੀ ਰਜਿਸਟਰਡ ਹੈ ਕਾਨੂੰਨੀ ਤੌਰ ਤੇ, ਆੜ੍ਹਤੀਆ ਖਰੀਦਦਾਰ ਨੂੰ ਉਹਨੂੰ ਬੁਲਾਉਂਦਾ ਤੇ ਉਹਦੀ ਫਸਲ ਉਹ ਖਰੀਦਦੇ ਨੇ, ਖਰੀਦ ਕੇ ਖਰੀਦਦਾਰ ਤੱਕ ਪਹੁੰਚਾਉਂਦਾ ਤੇ ਫਿਰ ਉਹਨੂੰ ਰਸੀਦ ਦਿੱਤੀ ਜਾਂਦੀ ਆ। ਰਸੀਦ ਨੂੰ ਆਪਾਂ ਜੇ ਫਾਰਮ ਕਹਿ ਦਿੰਦੇ ਆ ਤੇ ਫਿਰ ਉਹ ਮੰਡੀ ਬੋਰਡ ਦੇ ਰਿਕਾਰਡ ਦੇ ਵਿੱਚ ਦਰਜ ਹੋ ਜਾਂਦਾ। ਤੇ ਜਿਹੜਾ ਬੰਦਾ ਆਪ ਦਾ ਕੋਈ ਵੀ ਪ੍ਰੋਡਕਟ ਪੈਦਾ ਕਰਦਾ, ਅਨਾਜ ਪੈਦਾ ਕਰਦਾ, ਪੈਦਾ ਕਰਕੇ ਵੇਚਦਾ, ਉਹਨੂੰ ਤਾਂ ਉਹਦਾ ਜੋ ਉਹਦੀ MSP ਆ ਉਹਨੂੰ ਉਹ ਮਿਲ ਜਾਂਦੀ ਆ ਤੇ ਉਹ ਲੈ ਕੇ ਉਹ ਆਪਦਾ ਅਧਿਕਾਰ ਲੈ ਕੇ, ਅਧਿਕਾਰ ਦੀ ਵਰਤੋਂ ਕਰਕੇ ਉਹ ਆਪਦੀ ਫਸਲ ਵੇਚ ਆਉਂਦਾ। ਜਿਹੜਾ ਉਹਦੀ ਫਸਲ ਖਰੀਦ ਕੇ ਅੱਗੋਂ ਸਟਾਕ ਕਰਦਾ, ਸਟਾਕ ਕਰਕੇ ਉਹਨੂੰ ਫਿਰ 10-10 ਗੁਣਾ ਅੱਗੇ ਜਾ ਕੇ ਬਹੁਤ ਦੁੱਗਣੇ ਤਿੱਗਣੇ ਮੁੱਲ ਦੇ ਉੱਤੇ ਵੇਚਦਾ, ਉਹ ਟ੍ਰੇਡ ਹੈ ਜੀ। ਕਿਉਂਕਿ ਅਸੀਂ ਵੀਰ ਜੀ ਇਹ ਗੱਲ ਦੱਸਣਾ ਚਾਹੁੰਦੇ ਆ ਬਈ ਜਿਹੜੀ ਸਟੇਟ ਗੌਰਮੈਂਟ ਆ, ਸਟੇਟ ਦੀ ਵਿਧਾਨ ਸਭਾ ਨੂੰ ਇਹ ਸੰਵਿਧਾਨਕ ਅਧਿਕਾਰ ਆ, ਉਹਦੇ ਵਿੱਚ ਰੈਜੂਲੇਸ਼ਨ ਆਵੇ, ਰੈਜੂਲੇਸ਼ਨ ਆ ਕੇ ਉਹਦੇ ਤੇ ਬਹਿਸ ਹੋਵੇ, ਬਹਿਸ ਹੋ ਕੇ ਫਿਰ ਉਹ ਕਾਨੂੰਨ ਬਣੇ ਤੇ ਉਹ ਕਾਨੂੰਨ ਬਣ ਕੇ ਫਿਰ ਉਹ ਗਾਜ਼ਟੀਅਰ ਨੋਟੀਫਿਕੇਸ਼ਨ ਹੋਵੇ ਤੇ ਉਹਦੇ ਨਾਲ ਉਹ ਕਾਨੂੰਨ ਦੀ ਵਰਤੋਂ ਕਰਕੇ ਖੇਤੀਬਾੜੀ ਦੇ ਵਿਸ਼ੇ ਦੇ ਵਿੱਚ ਆਪਾਂ ਇਹ ਜਿਹੜੀ ਫਸਲ ਜੱਟ ਪੈਦਾ ਕਰਦਾ, ਇਹ ਫਸਲ ਇਹ ਜੱਟ ਉਹਦਾ ਮੁੱਲ ਲੈਣ ਦਾ ਪੂਰਾ ਹੱਕਦਾਰ ਆ। APMC ਦਾ ਦਾਇਰਾ ਘਟਾ ਕੇ ਅਨਕਨਸਟੀਟਿਊਸ਼ਨ ਇਹਨੂੰ ਟ੍ਰੇਡ ਬਣਾਉਂਦੇ ਨੇ ਜੀ। ਚਾਹੀਦਾ ਤਾਂ ਇਹ ਆ ਵੀ ਜਿਵੇਂ ਕੇਰਲਾ ਨੇ, ਜਿਵੇਂ ਮੱਧ ਪ੍ਰਦੇਸ਼ ਨੇ, ਜਿਵੇਂ ਛੱਤੀਸਗੜ੍ਹ ਨੇ, ਉਹਨਾਂ ਨੇ ਉਹ ਜਿਹੜਾ ਸਟੇਟ ਦਾ ਆਪਦਾ ਅਧਿਕਾਰ ਆ ਉਹਦੀ ਵਰਤੋਂ ਕਰਕੇ, ਵਿਧਾਨ ਸਭਾ ਦੀ ਕਨਸਟੀਟਿਊਸ਼ਨਲ ਵਰਤੋਂ ਕਰਕੇ ਉਹਨਾਂ ਨੇ ਉਹ ਆਪਦੀ MSP ਆਪਦੀ ਬਣਾਤੀ ਤੇ ਉਹਨਾਂ ਨੇ ਆਪਦੀਆਂ ਫਸਲਾਂ ਦੇ ਮੁੱਲ ਆਪ ਹੀ ਰੱਖਣੇ ਸ਼ੁਰੂ ਕਰਤੇ। ਉਹਨਾਂ ਨੇ ਆਪਦੇ ਸਟੇਟ ਦੀ ਅਧਿਕਾਰਾਂ ਦੀ ਵਰਤੋਂ ਕਰਕੇ ਆਪਦੇ ਕਾਨੂੰਨ ਬਣਾਤੇ। ਤੇ ਇਸ ਕਰਕੇ ਜਿਹੜੀ ਗੱਲ ਕਨਸਟੀਟਿਊਸ਼ਨਲ ਆ, ਹੁਣ ਉਹਨੂੰ ਮੰਨਣਾ ਚਾਹੀਦਾ ਜਾਂ ਮਤਲਬ ਉਹਦਾ ਵਿਰੋਧ ਕਰਨਾ ਚਾਹੀਦਾ? ਉਹਨੂੰ ਮੰਨਣਾ ਚਾਹੀਦਾ। ਜੱਟ ਨੂੰ ਉਹਦੀ ਫਸਲ ਦਾ ਪੂਰਾ ਮੁੱਲ ਮਿਲਣਾ ਚਾਹੀਦਾ। ਗੱਲ ਤਾਂ ਵੀਰ ਜੀ ਇੰਨੀ ਆ, ਇਹਨਾਂ ਨੇ ਕਿਸਾਨ ਦੇ ਕੋਲੋਂ ਸਰਕਾਰੀ ਤੌਰ ਤੇ ਜੋ ਫਸਲ ਖਰੀਦੀ ਜਾਂਦੀ ਸੀ ਤੇ ਮੰਡੀ ਦੇ ਵਿੱਚ ਫਸਲ ਖਰੀਦੀ ਜਾਂਦੀ ਸੀ, ਮੰਡੀ ਤੋਂ ਅਤੇ ਉਹ ਖਰੀਦ ਤੋਂ ਗੌਰਮੈਂਟ ਨੇ ਖਹਿੜਾ ਛਡਾ ਕੇ ਉਹ ਪ੍ਰਾਈਵੇਟ ਪਲੇਅਰਾਂ ਨੂੰ ਦੇਤਾ। ਹੁਣ ਪ੍ਰਾਈਵੇਟ ਪਲੇਅਰ ਨੇ ਜਿਹੜੇ, ਉਹਨਾਂ ਦਾ ਵੀ ਆਪਾਂ ਨੂੰ ਹੁਣ ਸਾਰਾ ਪਤਾ ਹੀ ਆ ਵੀ ਉਹਨਾਂ ਦੀਆਂ ਸ਼ਰਤਾਂ ਕਿਹੋ ਜਿਹੀਆਂ ਨੇ। ਉਹਦੇ ਕੋਲੇ ਆਧਾਰ ਕਾਰਡ ਚਾਹੀਦਾ, ਉਹਦੇ ਕੋਲੇ ਪੈਨ ਕਾਰਡ ਚਾਹੀਦਾ ਤੇ ਇਹ ਕੀ ਗਰੰਟੀ ਆ ਜੀ? ਉੱਥੇ ਤਾਂ ਮੰਡੀ ਦੇ ਵਿੱਚ ਤਾਂ ਮੰਡੀ ਬੋਰਡ ਦਾ ਰਿਕਾਰਡ, ਉਹਦਾ ਗਵਾਹ ਆੜ੍ਹਤੀਆ, ਉਹਦਾ ਗਵਾਹ ਜੇ ਫਾਰਮ ਉਹਦੇ ਕੋਲੇ ਆ, ਕੋਰਟ ਜਾਣ ਦਾ ਉਹਨੂੰ ਅਧਿਕਾਰ ਆ। ਤੇ ਉਹ ਜਿਹੜਾ ਬੰਦਾ ਬਾਹਰੋਂ ਖਰੀਦੂਗਾ, ਉਹ ਹੁਣ ਮਿਹਨਤੀ ਬੰਦੇ ਨੂੰ ਜਿਹੜਾ ਇੰਨੀ ਮਿਹਨਤ ਕਰਕੇ ਆਪਦੀ ਫਸਲ ਪੈਦਾ ਕਰਦਾ, ਪੈਦਾ ਕਰਕੇ ਫਿਰ ਉਹ ਆਪਦੇ ਪਰਿਵਾਰ ਦੀ ਉਪਜੀਵਕਾ ਚਲਾਉਂਦਾ, ਤੇ ਉਹ ਬੰਦਾ ਜਦੋਂ ਫਸਲ ਵੇਚੂਗਾ ਸੋਨੇ ਵਰਗੀ, ਕਿਉਂਕਿ ਇਹ ਸੋਨਾ ਪੈਦਾ ਕਰਦਾ ਮਿੱਟੀ ਦੇ ਵਿੱਚੋਂ, ਕਿਉਂਕਿ ਸੰਸਕ੍ਰਿਤ ਦੇ ਵਿੱਚ ਕਣਕ ਸੋਨੇ ਨੂੰ ਕਹਿੰਦੇ ਨੇ ਤੇ ਕਣਕ ਦਾ ਰੰਗ ਵੀ ਸੋਨੇ ਰੰਗਾ ਹੀ ਹੁੰਦਾ। ਸੋ ਇਸ ਕਰਕੇ ਇਹ ਸੋਨਾ ਪੈਦਾ ਕਰਦਾ। ਇਹਨੂੰ ਪਰਮਾਤਮਾ ਨੇ ਆਪਣੀ ਧਰਤੀ ਨੂੰ ਅਨਾਜ ਪੈਦਾ ਕਰਨ ਦੀ ਸ਼ਕਤੀ ਦਿੱਤੀ, ਪਰ ਡਿਊਟੀ ਇਹਦੀ ਲਾਤੀ, ਇਹਨੇ ਉਹ ਧਰਤੀ ਦੇ ਵਿੱਚੋਂ ਹਲ ਦੀ ਨੋਕ ਦੇ ਨਾਲ ਪੈਦਾ ਕਰਨਾ। ਸੋ ਜਿਹੜਾ ਸੋਨਾ ਪੈਦਾ ਕਰਦਾ ਉਹ ਆਪਣੇ ਦੇਸ਼ ਦੇ ਕੇਂਦਰੀ ਪੂਲ ਦੇ ਵਿੱਚ ਇਹ ਅਨਾਜ ਪੈਦਾ ਕਰਕੇ ਭੇਜਦਾ, ਸਾਰਾ ਦੇਸ਼ ਖਾਂਦਾ ਤੇ ਉਹਦੇ ਨਾਲ ਐਡਾ ਵੱਡਾ ਧੱਕਾ। ਹੁਣ ਕੀ ਗਰੰਟੀ ਆ ਜੀ ਇਸ ਗੱਲ ਦੀ
ਵੀ ਜਿਹੜਾ ਬੰਦਾ ਉਹ ਪੈਨ ਕਾਰਡ ਆਧਾਰ ਕਾਰਡ ਦੋ ਪੈਨ ਕਾਰਡ ਲੋਕ ਬਣਾਈ ਫਿਰਦੇ ਨੇ ਤੇ ਜੇ ਕਿਤੇ ਉਹ ਪੈਨ ਕਾਰਡ ਜਾਲੀ ਹੋਇਆ ਤੇ ਮਗਰੋਂ ਉਹਦਾ ਫੋਨ ਬੰਦ ਆਉਣ ਲੱਗ ਗਿਆ ਤੇ ਉਹ ਬੰਦਾ 100 ਕੁਆਂਟਲ ਅਨਾਜ ਆਪਦਾ ਵੇਚ ਕੇ ਉਦੋਂ ਮਗਰੋਂ ਉਹ ਡੀਕੇ ਵੀ ਕਿੱਧਰ ਗਿਆ ਬੰਦਾ ਤੇ ਕੌਣ ਫਿਰ ਉਸ ਬੰਦੇ ਦੇ ਨਾਲ ਜਿਹੜਾ ਵਿਤਕਰਾ ਹੋਇਆ ਫਿਰ ਕੌਣ ਇਸ ਬੰਦੇ ਨੂੰ ਉਹਦਾ ਇਨਸਾਫ ਦਿਵਾਊਗਾ ਜੀ। ਅਗਲੀ ਗੱਲ ਮੰਨ ਲਓ ਬਈ ਕਹਿੰਦੇ ਨੇ ਬਈ ਘਰ ਘਰ ਜਾ ਕੇ ਬਈ ਅਸੀਂ ਇੱਕ ਮੰਡੀ ਇੱਕ ਦੇਸ਼ ਬਈ ਘਰ ਘਰ ਜਾ ਕੇ ਅਸੀਂ ਮਤਲਬ ਉਹਨਾਂ ਤੋਂ ਉਹਨਾਂ ਦੀਆਂ ਫਸਲਾਂ ਖਰੀਦਾਂਗੇ ਤੇ ਘਰੇ ਕੌਣ ਗਵਾਹ ਹੁੰਦਾ ਜੀ। ਤੇ ਘਰੋਂ ਜੇ ਕੋਈ ਪ੍ਰਾਈਵੇਟ ਬੰਦਾ ਕੰਪਨੀ ਵਾਲਾ ਕੋਈ ਬੰਦਾ ਚੁੱਕ ਕੇ ਲੈ ਗਿਆ ਫਸਲ ਸੋਨੇ ਵਰਗੀ ਤੇ ਉਹਨੇ ਕਹਿਤਾ ਵੀ ਚਲੋ ਤੇਰੇ ਪੈਸੇ ਮੈਂ ਦੇ ਦਿਆਂਗਾ ਬਈ ਹਫ਼ਤੇ 'ਚ ਦੇ ਦਿਆਂਗਾ ਮਹੀਨੇ 'ਚ ਦੇ ਦਿਆਂਗਾ, ਦੱਸੋ ਜੀ ਗਵਾਹ ਕੌਣ ਆ। ਤੀਜੀ ਗੱਲ ਤੇ ਜੇ ਉਹਨੇ ਕਹਿਤਾ ਬਈ ਤੂੰ ਲੱਖ ਰੁਪਈਆ ਲੈ ਲਾ, ਲੱਖ ਰੁਪਈਏ ਦੇ ਤੈਨੂੰ ਚੈੱਕ ਦੇ ਦਿੰਦੇ ਆ ਤੇ ਉਹ ਵਿਚਾਰਾ ਬੈਂਕ ਦੇ ਵਿੱਚ ਜਾਊਗਾ, ਬੈਂਕ ਦੇ ਵਿੱਚ ਜਦੋਂ ਜਾ ਕੇ ਪੁੱਛੂਗਾ ਜੇ ਚੈੱਕ ਬਾਉਂਸ ਹੋ ਗਿਆ ਜੀ। ਦੇਖੋ ਕਿਵੇਂ ਮਤਲਬ ਭਾਈ ਲਾਲਵਾ ਨੂੰ ਲੁੱਟਣ ਦੀ ਖਾਤਰ ਕਿਵੇਂ ਮਲਕ ਭਾਗਵਾਂ ਲਈ ਰਾਹ ਖੋਲਤਾ ਤੇ ਫਿਰ ਜੇ ਡਿਸਪਿਊਟ ਹੋ ਗਿਆ ਫਿਰ SDM ਕੋਲ ਜਾਓ, ਫਿਰ DC ਕੋਲੇ ਜਾਓ ਤੇ ਹੈ ਪਹੁੰਚ ਕਿਸੇ ਉਹ ਫਿਰ ਹੁਣ ਜੱਟ ਦੀ ਇਹਨਾਂ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਕਮੀਆਂ ਤੁਸੀਂ ਗਣਾਈਆਂ ਏ ਤਾਂ ਉਹਨਾਂ ਵਿੱਚ ਸੋਧ ਕਰਨ ਨੂੰ ਕਹਿ ਰਹੇ, ਕਹਿੰਦੇ ਠੀਕ ਹੈ ਫਿਰ ਅਸੀਂ ਕੋਰਟ ਵਾਲੀ ਵੀ ਕਰ ਲੈਂਦੇ ਵੀ SDM ਨਹੀਂ ਚਲੋ ਕੋਰਟ ਫੈਸਲਾ ਕਰ ਲੂਗਾ ਤੇ ਹੋਰ ਚੀਜ਼ਾਂ ਵੀ ਜਿਹੜੀਆਂ ਤੁਸੀਂ ਦੱਸ ਰਹੇ ਹੋ ਤੇ ਫਿਰ ਉਹ ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਸਾਨੂੰ ਸੋਧਾਂ ਕਿਉਂ ਨਹੀਂ ਕਰਵਾਉਣਾ ਚਾਹੁੰਦੇ, ਵਾਪਸ ਕਿਉਂ ਨਹੀਂ ਵੀਰ ਜੀ। ਹਾਂਜੀ ਸੋਧਾਂ ਬਿਲਕੁਲ ਬਹੁਤ ਹੀ ਗਲਤ ਗੱਲ ਆ, ਇਹ ਤਾਂ ਲਫ਼ਜ਼ ਹੀ ਨਹੀਂ ਵਰਤਣਾ ਚਾਹੀਦਾ ਸੋਧਾਂ ਦਾ। ਸੋਧਾਂ ਕਿਉਂ ਜੀ? ਪ੍ਰਾਈਵੇਟ ਜਿਹੜੇ ਪਲੇਅਰ ਨੇ, ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ, ਜਦੋਂ ਸਾਰੇ ਦੇਸ਼ ਦਾ ਕਿਸਾਨ ਇਹ ਗੱਲ ਕਹਿ ਰਿਹਾ, ਹੁਣ ਤਾਂ ਵਰਲਡ ਵਾਈਡ ਅੰਦੋਲਨ ਚਲਿਆ ਗਿਆ, ਸਾਰੇ ਵਰਲਡ ਦਾ ਅੰਦੋਲਨ ਬਣ ਗਿਆ ਜੀ ਕਿਉਂਕਿ ਆਪਾਂ ਸਾਰੀ ਗੱਲ ਜਾਣਦੇ ਹਾਂ ਜੀ। ਜਿਹੜਾ ਬੰਦਾ ਅੰਨ ਖਾਂਦਾ ਉਹ ਅੰਨਦਾਤੇ ਦੇ ਖਿਲਾਫ ਨਹੀਂ ਹੋ ਸਕਦਾ ਜੀ। ਅੰਨ ਤਾਂ ਫਿਰ ਖਾਂਦੇ ਆ, ਸਨੀ ਦਿਓਲ ਵੀ ਖਾਂਦਾ, ਹੰਸਰਾਜ ਵੀ ਖਾਂਦਾ ਜੀ। ਫਿਰ ਜਿਹੜਾ ਅੰਨ ਖਾਂਦਾ ਜੀ, ਅਗਰ ਉਹ ਅੰਨ ਖਾ ਕੇ ਹਰਾਮ ਕਰਦਾ ਫਿਰ ਇਹਨਾਂ ਨੇ ਤਾਂ ਖਾਦਾ ਵੀ ਅੰਨਦਾਤਿਆਂ ਦਾ ਹੀ ਆ ਕਿਉਂਕਿ ਅਖਾੜੇ ਜਾਂ ਹੋਰ ਫਿਲਮਾਂ ਦੇਖੀਆਂ ਜਾਂ ਹੋਰ ਜਿਹੜੇ ਸਾਡੇ ਅਖਾੜੇ ਤਾਂ ਲਾਉਂਦੇ ਹੀ ਸਾਡੇ ਪੰਜਾਬ ਦੇ ਆ ਜ਼ਿਆਦਾਤਰ, ਹੰਸਰਾਜ ਤਾਂ ਬਣੇ ਹੀ ਪੰਜਾਬੀਆਂ ਤੋਂ ਆ ਜੀ। ਦੇਖੋ ਜੀ ਮੈਂ ਤਾਂ ਵੀਰ ਜੀ ਜਦੋਂ ਤੋਂ ਅਸੀਂ ਮਤਲਬ ਇਹ ਅੰਦੋਲਨ ਦੇ ਵਿੱਚ ਆਏ ਆ, ਸ਼ੁਰੂ ਹੋਇਆ ਅੰਦੋਲਨ ਜੀ, ਉਦੋਂ ਤੋਂ ਅਸੀਂ ਤਾਂ ਜਿੱਥੇ ਕਿਤੇ ਵੀ ਜਾ ਕੇ ਅਸੀਂ ਬੋਲਦੇ ਹਾਂ, ਅੱਜ ਥਲੀ ਵੀ ਬੋਲੇ ਆ ਜੀ, ਅਸੀਂ ਤਾਂ ਇਹੋ ਹੀ ਗੱਲ ਕਹਿੰਦੇ ਆ, ਇਸੇ ਗੱਲ ਤੇ ਜ਼ੋਰ ਦਿੰਦੇ ਆ ਬਈ ਅਗਰ ਅੰਨਦਾਤੇ ਨਾਲ ਵਿਤਕਰਾ ਹੁੰਦਾ ਤਾਂ ਜਿਹੜਾ ਬੰਦਾ ਅੰਨਦਾਤੇ ਨਾਲ ਵਿਤਕਰਾ ਕਰਦਾ ਉਸ ਬੰਦੇ ਨੂੰ ਆਪਦੀ ਜ਼ਮੀਰ ਨੂੰ ਪੁੱਛਣਾ ਚਾਹੀਦਾ ਬਈ ਮੈਂ ਅੰਨਦਾਤੇ ਨਾਲ ਹੀ ਵਿਤਕਰਾ ਕਰਦਾ ਜਿਹਦਾ ਆਪਾਂ ਦਿੱਤਾ ਹੋਇਆ ਸਾਰਾ ਭੰਡਾਰ ਆਪਣਾ ਦੇਸ਼ ਤੇ ਸਾਰੀ ਦੁਨੀਆ ਖਾਂਦੀ ਆ, ਪੈਦਾ ਕੀਤਾ ਹੋਇਆ ਅਨਾਜ। ਸੋ ਇਸ ਕਰਕੇ ਜੀ ਸੋਧਾਂ ਵਾਲੀ ਗੱਲ ਬਿਲਕੁਲ ਗਲਤ ਆ। ਪੁਰਾਣਾ ਸਿਸਟਮ ਜੀ ਜਿਹੜਾ ਪਹਿਲਾਂ ਮਿਲਿਆ ਹੋਇਆ ਉਹ ਸਿਸਟਮ ਲਾਗੂ ਰੱਖਣਾ ਚਾਹੀਦਾ ਜੀ ਕਿਉਂਕਿ ਸਿਰਫ ਜਿਹੜਾ ਸਾਡਾ ਕਿਸਾਨ ਭਰਾ ਇਹਨੂੰ ਸਿਰਫ MSP ਹੀ ਮਿਲੇ। MSP ਵੀ ਵੀਰ ਜੀ ਸਾਰੀਆਂ ਫਸਲਾਂ ਦੇ ਉੱਤੇ ਨਹੀਂ ਹੈਗੀ, ਇਹਨੂੰ ਜਿਹੜਾ ਕੁਛ ਵੀ ਇਹ ਕੋਈ ਹੋਰ ਵੀ ਫਸਲ ਪੈਦਾ ਕਰਦਾ ਝੋਨੇ ਤੋਂ ਕਣਕ ਤੋਂ ਇਲਾਵਾ ਉਹ 22-23 ਫਸਲਾਂ ਤੇ MSP ਆ, ਉਹ ਵੀ ਇਹਨੂੰ MSP। ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਹੋ ਤੁਸੀਂ? ਅਸੀਂ ਤਾਂ ਵੀਰ ਜੀ ਖੇਤੀ 2-2.5 ਕਿੱਲਿਆਂ ਦੀ ਕਰਦੇ ਆ ਕਿਉਂਕਿ ਮੈਂ ਤਾਂ ਹੁਣ ਤੁਹਾਨੂੰ ਪਤਾ ਵੀ ਜਾਣਕਾਰੀ ਬਹੁਤ ਰੱਖੀ ਹੋਈ ਹੈ ਪ੍ਰੋਗਰਾਮਾਂ ਦੇ ਵਿੱਚ ਕਿਉਂਕਿ ਕਿਸਾਨ ਦੇ ਪੁੱਤਾਂ ਜੀ ਪਹਿਲਾਂ ਕੀਤੀ ਆ ਖੇਤੀ ਜੀ, ਪਹਿਲਾਂ ਖੇਤੀ ਕੀਤੀ ਆ ਵੀਰ ਜੀ, ਪਹਿਲਾਂ ਖੇਤਾਂ ਦੇ ਵਿੱਚ ਕੰਮ ਕੀਤਾ ਕਿਉਂਕਿ ਪਤਾ ਜੀ ਹੱਡਾਂ ਤੇ ਹਡਾਇਆ ਆਪਾਂ ਸਾਰੇ ਕਿਸਾਨ ਦੇ ਬੇਟੇ ਆ। ਪਤਾ ਜੀ ਆਪਾਂ ਨੂੰ ਕਿਵੇਂ ਸੱਪਾਂ ਦੀਆਂ ਸਿਰੀਆਂ ਵੱਧ ਕੇ, ਕਿਵੇਂ ਪੋਹ ਦੇ ਪਾਲੇ ਭਾਦੋਂ ਦੇ ਧੁੱਪਾਂ ਝੱਲ ਕੇ ਕਿਵੇਂ ਫਸਲਾਂ ਪਾਲਦੇ ਨੇ ਕਿਸਾਨ, ਤੇ ਕਿਸਾਨ ਦੀ ਥਾਲੀ ਦੇ ਵਿੱਚੋਂ ਰੋਟੀ ਚੁੱਕ ਲਈ ਜੀ। ਇਹ ਬਹੁਤ ਵੱਡਾ ਧੱਕਾ। ਜਿੰਨਾ ਚਿਰ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਥਲੀ ਸਾਹਿਬ ਇਹ ਪੰਜਾਬ ਦੇ ਜੱਟਾਂ ਨੂੰ ਉੱਥੋਂ ਮੋੜਨ ਵਾਲਾ ਕੋਈ ਜੰਮਿਆ ਨਹੀਂ। ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਆਪਾਂ ਨੂੰ ਆਪਣੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਆ ਜੀ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਕਿਸਾਨ ਸਨ ਜੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ, ਪਿਤਾ ਕਲਿਆਣ ਦਾਸ ਜੀ, ਉਹ ਜਿਹੜਾ ਰਾਏ ਬਲਾਰ ਜ਼ਿਮੀਂਦਾਰ ਸੀ ਉਹਨਾਂ ਦੇ ਕੋਲ ਪਟਵਾਰੀ ਸਨ। ਜਿਹੜਾ ਪਟਵਾਰੀ ਦਾ ਰੁਤਬਾ ਕਿਉਂਕਿ ਇਹਦੇ ਕੋਲ ਰੈਵਨਿਊ ਵਿਭਾਗ ਦਾ ਵੱਡਾ ਰਿਕਾਰਡ ਆ ਸਾਰਾ, ਇਹਦੀ ਪੋਸਟ ਤੇ ਦਾ ਦਰਜਾ ਬਹੁਤ ਉੱਚਾ ਜੀ। ਤੇ ਫਿਰ ਉਹ ਆਪ ਕਿੱਡੇ ਵੱਡੇ ਜ਼ਿਮੀਂਦਾਰ ਸੀ ਰਾਏ ਬਲਾਰ ਜੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿੰਨੇ ਕਿਰਤੀਆਂ ਦੇ ਹੱਕ ਵਿੱਚ ਸੀ, ਕਿੰਨੇ ਮਿਹਨਤ ਕਸ਼ ਲੋਕਾਂ ਦੇ ਹੱਕ ਵਿੱਚ ਸੀ, ਕਿੰਨੇ ਗੁਰੂ ਸਾਹਿਬ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸੁਨਹਿਰੀ ਸੂਲਾਂ ਤੇ ਆਪ ਪਹਿਰਾ ਦੇਣ ਵਾਲੇ ਸਤਿਗੁਰੂ ਸਨ ਜੀ, ਜਿਨ੍ਹਾਂ ਤੋਂ
ਉਹਨਾਂ ਨੇ ਮੱਝਾਂ ਚਾਰੀਆਂ, ਉਹਨਾਂ ਨੇ ਸੱਚਾ ਸੌਦਾ ਕੀਤਾ ਜਿਹੜੀ ਲਿਆਂਦੀ ਰਾਸ਼ਨ ਲਿਆਂਦਾ ਉਹ ਵੀ ਕਿਸਾਨ ਦਾ ਪੈਦਾ ਕੀਤਾ ਹੋਇਆ ਸੀਗਾ ਜੀ। ਕਿਸਾਨ ਦਾ ਪੈਦਾ ਕੀਤਾ ਹੋਇਆ ਜਿਹੜਾ ਰਾਸ਼ਨ ਲਿਆਂਦਾ, ਰਸਦ ਲਿਆਂਦੀ, ਉਹਦੇ ਨਾਲ ਸੱਚਾ ਸੌਦਾ ਕੀਤਾ। ਕਿਸਾਨ ਦੇ ਪੈਦਾ ਕੀਤੇ ਹੋਏ ਰਾਸ਼ਨ ਦੇ ਨਾਲ, ਅਨਾਜ ਨਾਲ ਸੱਚਾ ਸੌਦਾ ਕਰਕੇ ਸਾਡੇ ਗੁਰੂ ਕੇ ਲੰਗਰ ਚੱਲੇ ਜੀ। ਰਾਏ ਬਲਾਰ ਤੇ ਕਿੰਨਾ ਕੁ ਪ੍ਰਭਾਵ ਪਿਆ ਹੋਊ ਇਸ ਗੱਲ ਦਾ। ਬਈ ਗੁਰੂ ਸਾਹਿਬ ਮੱਝਾਂ ਚਾਰਦੇ ਨੇ, ਗੁਰੂ ਸਾਹਿਬ ਸੱਚੇ ਸੌਦੇ ਕਰਦੇ ਨੇ, ਗੁਰੂ ਸਾਹਿਬ 13 ਤੋਲਦੇ ਨੇ, ਗੁਰੂ ਸਾਹਿਬ ਵਿਤਕਰਾ ਨਹੀਂ ਕਰਦੇ, ਸਾਰਿਆਂ ਨੂੰ ਬਰਾਬਰ ਵੰਡਦੇ ਨੇ। ਤੇ ਕਿੰਨਾ ਕੁ ਪ੍ਰਭਾਵ ਪਿਆ ਹੋਊਗਾ। 19,500 ਏਕੜ ਜ਼ਮੀਨ ਰਾਏ ਬਲਾਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਂ ਲਵਾਤੀ। ਉਹ ਅਜੇ ਤੱਕ ਰੈਵਨਿਊ ਵਿਭਾਗ ਦੇ ਰਿਕਾਰਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂ ਬੋਲਦੀ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਤ ਤੋਂ ਸਾਡਾ ਇਤਿਹਾਸ ਸ਼ੁਰੂ ਕੀਤਾ ਜੀ। ਤੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਚਰਨ ਪਾਉਣ ਗਏ ਤਾਂ ਆਹ ਜਿਹੜੇ ਕਾਰਪੋਰੇਟ ਵਾਲੇ ਨੇ, ਉਦੋਂ ਹੀ ਗੁਰੂ ਸਾਹਿਬ ਨੇ ਇਹਨਾਂ ਲੋਕਾਂ ਨੂੰ ਰੱਦ ਕਰਤਾ ਸੀ, ਕਿਉਂਕਿ ਮਲਕ ਭਾਗੋ ਕਾਰਪੋਰੇਟ ਸੀ। ਮਲਕ ਭਾਗੋ ਨੇ ਲੋਕਾਂ ਦੇ ਹੱਕ ਖਾ ਕੇ, ਜਿਨ੍ਹਾਂ ਦੀਆਂ ਮਜ਼ਦੂਰੀਆਂ ਕਰਵਾ ਕੇ ਵੀਰ ਜੀ ਥਲੀ ਸਾਹਿਬ ਮਿਹਨਤਾਂ ਨਹੀਂ ਸੀ ਦਿੱਤੀਆਂ, ਤੇ ਗੁਰੂ ਦੀ ਅੱਖ ਤਾਂ ਵੇਖਦੀ ਸੀਗੀ। ਤੇ ਮਹਾਰਾਜ ਨੇ ਕਿਹਾ ਵੀ ਬਿਲਕੁਲ ਮੈਂ ਇਹਨੂੰ ਰੱਦ ਕਰਦਾ, ਇਹ ਹੱਕ ਦੀ ਕਮਾਈ ਹੋਈ ਨਹੀਂ ਤੇ ਮੈਂ ਇਹਨੂੰ ਕਦੇ ਪ੍ਰਵਾਨ ਹੀ ਨਹੀਂ ਕਰ ਸਕਦਾ। ਮੈਂ ਇਹਦੇ ਮਾਲ ਪੂੜੇ ਜਿਨ੍ਹਾਂ 'ਚ ਘਿਓ ਚੋਂਦਾ ਸੀ ਮੈਂ ਨਹੀਂ ਪ੍ਰਵਾਨ ਕਰ ਸਕਦਾ। ਤੇ ਮਹਾਰਾਜ ਨੇ ਕਿੱਡਾ ਵੱਡਾ ਨਾਅਰਾ ਲਾਇਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਤੇ ਉਸ ਵੇਲੇ ਦੇ ਹੁਕਮਰਾਨ ਜਿਹੜੇ ਇਹਨਾਂ ਵਿਹੜਿਆਂ ਨੂੰ ਸ਼ਹਿ ਦਿੰਦੇ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਰੱਦ ਕਰਤਾ। ਸਿੱਖੀ ਦੀ ਨੀਂਹ ਮਤਲਬ ਜ਼ੁਲਮ ਦੇ ਖਿਲਾਫ ਰੱਖੀ ਗਈ, ਵਿਤਕਰੇ ਦੇ ਖਿਲਾਫ ਰੱਖੀ ਗਈ, ਧੱਕੇ ਦੇ ਖਿਲਾਫ ਰੱਖੀ ਗਈ, ਦੂਜਿਆਂ ਦਾ ਹੱਕ ਜਿਹੜੇ ਖਾਂਦੇ ਸੀ ਉਹਨਾਂ ਨੂੰ ਵਿਗਾੜਿਆ ਗਿਆ। ਤੇ ਇਹ ਗੁਰੂ ਸਾਹਿਬ ਹੀ ਸੀ ਜਿਨ੍ਹਾਂ ਦੀ ਇਨਕਲਾਬੀ ਆਵਾਜ਼ ਉੱਠੀ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਇਜ਼ ਗੈਨ ਬੈਠੇ ਸੁੱਤੇ। ਫਿਰ ਮਲਕ ਭਾਗਾ ਨੂੰ ਛੱਡ ਕੇ ਕਿਰਤੀ ਭਾਈ ਲਾਲੋ ਦੇ ਘਰੇ ਜਾ ਕੇ ਚਰਨ ਪਾਏ ਤੇ ਉਹਨੂੰ ਸ਼ਾਬਾਸ਼ੇ ਦਿੱਤੀ ਤੇ ਉਹਦੀ ਕੋਧਰੇ ਦੀ ਰੋਟੀ ਮਹਾਰਾਜ ਨੇ ਪ੍ਰਵਾਨ ਕੀਤੀ। ਆਪਣਾ ਤਾਂ ਇਤਿਹਾਸ ਹੀ ਕਿਸਾਨੀ ਤੋਂ ਸ਼ੁਰੂ ਹੁੰਦਾ ਜੀ। ਤੁਸੀਂ ਇਤਿਹਾਸਕ ਹਵਾਲੇ ਦੱਸਦੇ ਹੋ, ਇਤਿਹਾਸ ਦੇ ਸਿੱਖ ਕੌਮ ਦੇ ਵਿੱਚ ਬਹੁਤ ਮਿਸਾਲਾਂ ਨੇ। ਤੇ ਇਹ ਚੀਜ਼ਾਂ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਨੇ ਤਾਂ ਬਹੁਤ ਯੋਧਿਆਂ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਪੰਜਾਬੀਆਂ ਨੂੰ। ਉਹ ਬੋਲਦੇ ਆ ਇਤਿਹਾਸ ਬਾਰੇ ਤਾਂ ਉਹ ਜਾਣੂ ਆ। ਤੁਸੀਂ ਉੱਥੇ ਵੀ ਗੱਲ ਕੀਤੀ ਹੈ ਵੀ ਜਾਂ ਤਾਂ ਨਰਿੰਦਰ ਮੋਦੀ ਇਤਿਹਾਸ ਨਹੀਂ ਜਾਣਦਾ ਜਾਂ ਉਹਦੇ ਨਟ ਪੁਰਜੇ ਢਿੱਲੇ ਹੋ ਗਏ, ਪਰ ਉਹ ਤਾਂ ਇਤਿਹਾਸ ਦੱਸਦੇ ਹੁੰਦਾ ਜੀ ਸਟੇਜਾਂ ਤੋਂ। ਉਹ ਢੀਠ ਹੈ ਜੀ, ਉਹ ਢੀਠ ਆ, ਢੀਠ ਤਾਈ ਦੀ ਉਹ ਹੱਦ ਲੰਘ ਗਿਆ। ਉਹਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਬਈ ਕੁਰਬਾਨੀ ਇਹ ਪੰਜਾਬੀਆਂ ਦੇ ਖੂਨ ਦੇ ਵਿੱਚ ਆ, ਕੁਰਬਾਨੀ ਪੰਜਾਬੀਆਂ ਦੇ ਲਹੂ ਦੇ ਵਿੱਚ ਆ ਜੀ। ਕੁਰਬਾਨੀ ਇਹਨਾਂ ਨੂੰ ਇਤਿਹਾਸ ਦੇ ਵਿੱਚੋਂ ਵਿਰਾਸਤ ਵਿੱਚ ਮਿਲੀ ਹੋਈ ਆ। ਸੋ ਅਗਰ ਉਹ ਇਹ ਇਤਿਹਾਸ ਨਹੀਂ ਸਾਡਾ ਜਾਣਦਾ, ਫਿਰ ਤਾਂ ਉਹੀ ਗੱਲ ਆ ਵੀ ਨਟ ਬੋਲਟ ਢਿੱਲੇ ਨੇ, ਉਹ ਸਪੇਅਰ ਪਾਰਟਸ ਵਿਗੜਿਆ ਹੋਇਆ। ਤੇ ਉਹਨੂੰ ਇਹ ਆਪਦੇ ਨਟ ਬੋਲਟ ਠੀਕ ਕਰਨੇ ਚਾਹੀਦੇ ਨੇ, ਆਪਦਾ ਦਿਮਾਗ ਠੀਕ ਕਰਨਾ ਚਾਹੀਦਾ। ਕਿਉਂਕਿ ਕਿਸੇ ਵੀ ਹੁਕਮਰਾਨ ਨੇ ਜਿਹਨੇ ਕਿਸੇ ਦੂਜੇ ਦੇ ਹੱਕ ਦੇ ਉੱਤੇ ਵੀ ਡਾਕਾ ਮਾਰਿਆ, ਸਿੱਖ ਕੌਮ ਨੇ ਤਾਂ ਉਹਨੂੰ ਬਰਦਾਸ਼ਤ ਨਹੀਂ ਕੀਤਾ। ਤੇ ਹੁਣ ਤਾਂ ਇਹ ਕਿਸਾਨ, ਮਜ਼ਦੂਰ, ਗੁਰੂ ਦੇ ਸਿੱਖ ਤੇ ਸਾਰੇ ਦੇਸ਼ ਦੇ ਕਿਸਾਨ ਵੀਰ, ਚਲੋ ਪੰਜਾਬ ਨੂੰ ਮਾਣ ਮਿਲਿਆ, ਪੰਜਾਬ ਨੇ ਅਗਵਾਈ ਕੀਤੀ ਆ, ਸਾਰੀ ਦੁਨੀਆ ਦੇ ਵਿੱਚ ਆਪਾਂ ਨੂੰ ਜਸ ਮਿਲਿਆ ਜੀ। ਵੀ ਚਾਹੇ ਸਾਰੇ ਦੇਸ਼ ਦਾ ਕਿਸਾਨ ਜਿਹੜਾ ਵੀ ਕੋਈ ਕਿਤੇ ਵੀ ਮਿਹਨਤ ਕਰਦਾ, ਉਹ ਸਾਰਿਆਂ ਦਾ ਹੀ ਸਾਨੂੰ ਬਹੁਤ ਦਰਦ ਹੈ। ਤੇ ਸਾਨੂੰ ਵੀ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਨੇ ਵਡਿਆਈ ਦਿੱਤੀ ਵੀ ਪੰਜਾਬ ਦੇ ਕਿਸਾਨ ਨੇ ਜਿਹੜੇ ਅੱਜ ਇਹਨਾਂ ਨੇ ਅਗਵਾਈ ਕੀਤੀ, ਤੇ ਇਹ ਵੀ ਇੱਕ ਬਹੁਤ ਵੱਡਾ ਮਾਣ ਮਿਲਿਆ। ਗੁਰੂ ਸਾਹਿਬ ਨੇ ਕਦੇ ਵੀ ਵਿਹਲੜਾਂ ਨੂੰ ਪ੍ਰਵਾਨ ਨਹੀਂ ਕੀਤਾ। ਗੁਰੂ ਸਾਹਿਬ ਨੇ ਹਮੇਸ਼ਾ ਹੱਕ ਸੱਚ ਦੀ ਕਿਰਤ ਕਰਨ ਵਾਲਿਆਂ ਨੂੰ, ਮਿਹਨਤੀਆਂ ਨੂੰ ਹੀ ਸ਼ਾਬਾਸ਼ੀ ਦਿੱਤੀ ਹੈ। ਕਿਉਂਕਿ ਅਕਬਰ ਬਾਦਸ਼ਾਹ ਨੇ ਜਦੋਂ ਕਿਹਾ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਿ ਮੈਂ ਜਗੀਰ ਦੇਣੀ ਚਾਹੁੰਦਾ, ਗੁਰੂ ਸਾਹਿਬ ਕਹਿੰਦੇ ਭਾਈ ਇਹ ਤਾਂ 10 ਰੋਹਾਂ ਦੀ ਕਿਰਤ ਕਰਨ ਵਾਲਿਆਂ ਦੀ ਕਿਰਤ ਨਾਲ ਲੰਗਰ ਚੱਲਦੇ ਨੇ, ਤੇ ਅਗਰ ਤੂੰ ਜਗੀਰ ਦੇਣੀ ਚਾਹੁੰਦਾ ਬਈ ਉਹ ਕਿਸੇ ਰਾਜੇ ਮਹਾਰਾਜੇ ਦੀ ਜਗੀਰ ਦੇ ਤੌਰ ਤੇ ਨਾ ਇਹ ਸੋਚਿਆ ਜਾਵੇ ਵੀ ਕਿਸੇ ਰਾਜੇ ਮਹਾਰਾਜੇ ਤੋਂ ਇਹ ਜਗੀਰ ਲਈ ਆ। ਇਹ ਸੰਗਤਾਂ ਦੇ ਦਾਨ ਦੇ ਨਾਲ ਹੀ ਗੁਰੂ ਘਰ ਚੱਲਦੇ ਨੇ, ਇਹ ਸ਼ੋਭਾ ਦਿੰਦਾ। ਇਹੀ ਸਾਡੇ ਗੁਰੂ ਘਰ ਦੀ ਰਵਾਇਤ ਹੈ। ਇੱਥੇ ਸੰਗਤਾਂ ਦਾ ਦਾਨ ਹੀ ਪ੍ਰਵਾਨ ਕੀਤਾ ਜਾਂਦਾ। ਪਰ ਫਿਰ ਵੀ ਉਹਦੀ ਭਾਵਨਾ ਸੀ, ਉਹਨੇ ਉਹ ਝਵਾਲ ਦਾ ਪਰਗਣਾ ਜਿਹੜਾ ਉਹ ਬੀਬੀ ਭਾਨੀ ਜੀ ਦੇ ਨਾਂ ਸ਼ਰਧਾ ਵਜੋਂ ਲਵਾਤਾ ਸੀ। ਪੰਚਮ ਪਾਤਸ਼ਾਹ ਨੇ ਵੀ ਇਹੀ ਕਿਹਾ ਸੀ ਬਾਦਸ਼ਾਹ ਨੂੰ, ਅਕਬਰ ਨੂੰ, ਕਿ ਜੇ ਤੂੰ ਕੋਈ ਸੇਵਾ ਕਰਨੀ ਆ ਤਾਂ ਗੁਰੂ ਘਰ ਤਾਂ ਇਹ ਸੰਗਤਾਂ ਦੇ ਦਾਨ ਨਾਲ, ਸੰਗਤਾਂ ਦੀ ਕਿਰਤ ਦੇ ਨਾਲ ਚੱਲਦੇ ਨੇ, ਤੇ ਤੂੰ ਕਿਸਾਨਾਂ ਦਾ ਮਾਲੀਆ ਮਾਫ ਕਰ ਦੇ। ਐਤਕੀ ਸੋਕਾ ਪੈ ਗਿਆ, ਫਸਲਾਂ ਨਹੀਂ ਹੋਈਆਂ, ਤੇ ਤੂੰ ਇਹਨਾਂ ਤੋਂ ਮਾਮਲਾ ਨਾ ਲਈ। ਗੁਰੂ ਸਾਹਿਬ ਨੇ ਇਹ ਕਿਹਾ।
ਤੇ ਫਿਰ ਆਪਾਂ ਜੇ ਆਪਾਂ ਇਤਿਹਾਸ ਨੂੰ ਤਰਤੀਬ ਦਈਏ ਥਲੀ ਸਾਹਿਬ, ਤਾਂ ਸਾਰਾ ਇਤਿਹਾਸ ਹੀ ਕਿਰਤੀਆਂ, ਮਿਹਨਤ ਕਸ਼ਾਂ, ਹੱਕ ਸੱਚ ਦੀ ਕਮਾਈ ਕਰਨ ਵਾਲੇ ਗੁਰੂ ਦੇ ਸਿੱਖਾਂ ਦਾ ਤੇ ਬਹਾਦਰਾਂ ਦਾ ਇਤਿਹਾਸ ਹੈ। ਜੇ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਕਰ ਲਈਏ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰ ਇਤਿਹਾਸ, ਜੇ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਕਰੀਏ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖ ਇਤਿਹਾਸ, ਜੇ ਕੂਕਿਆਂ ਤੋਂ ਸ਼ੁਰੂ ਕਰੀਏ ਨਾਮਧਾਰੀਆਂ ਤੋਂ ਅੱਜ ਤੱਕ ਕੌਮੀ ਇਤਿਹਾਸ। ਸਾਰੇ ਇਤਿਹਾਸ ਦੇ ਵਿੱਚ ਜਿਹੜੇ ਵੀ ਸਾਡੇ ਯੋਧੇ ਨੇ, ਸਾਡੇ ਯੋਧਿਆਂ ਨੇ ਇਹੀ ਲੜਾਈ ਲੜੀ ਆ। ਉਹਨਾਂ ਨੇ ਮਜ਼ਲੂਮਾਂ ਦੀ ਲੜਾਈ ਲੜੀ ਆ, ਉਹਨਾਂ ਨੇ ਧਰਮ ਦੀ ਲੜਾਈ ਲੜੀ ਆ। ਬੰਦਾ ਸਿੰਘ ਬਹਾਦਰ ਨੇ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸਾਨੂੰ ਸਿਧਾਂਤ ਦਿੱਤਾ, ਕਿਰਤ ਕਰੋ ਨਾਮ ਜਪੋ ਵੰਡ ਛਕੋ, ਇਹਦੇ 'ਤੇ ਪਹਿਰਾ ਦਿੱਤਾ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੇ ਸਾਨੂੰ ਰਾਜ ਬਾਰੇ ਹੁਕਮ ਕੀਤਾ ਕਿ ਇਸ ਤਰ੍ਹਾਂ ਦਾ ਰਾਜ ਹੋਣਾ ਚਾਹੀਦਾ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੁਝਾਨ ਦਾ, ਸਭ ਸਖਾਲੀ ਉਠੀਆਂ, ਇਹ ਹੋਆ ਹਲੇਮੀ ਰਾਜ ਜੀਓ। ਉਹ ਰਾਜ ਬੰਦਾ ਸਿੰਘ ਬਹਾਦਰ ਨੇ ਧਰਤੀ ਦੇ ਉੱਤੇ ਲਿਆਂਦਾ, ਕਿਉਂਕਿ 1708 ਤੋਂ ਲੈ ਕੇ 1716 ਤੱਕ ਇਹ ਬੰਦਾ ਸਿੰਘ ਬਹਾਦਰ ਦਾ ਸਮਾਂ ਰਿਹਾ। ਇਹਨੂੰ ਆਪਾਂ ਪਹਿਲਾ ਸਿੱਖ ਰਾਜ ਵੀ ਕਹਿ ਸਕਦੇ ਹਾਂ, ਇਹ ਲੋਕਾਂ ਦਾ ਰਾਜ ਕਹਿ ਸਕਦੇ ਹਾਂ, ਗੁਰੂ ਗ੍ਰੰਥ ਸਾਹਿਬ ਅਨੁਸਾਰ ਰਾਜ ਕਹਿ ਸਕਦੇ ਹਾਂ, ਵੀ ਜਿਹੜਾ ਰਾਜ ਗੁਰੂ ਗ੍ਰੰਥ ਸਾਹਿਬ ਅਨੁਸਾਰ ਸੀ। ਤੇ ਇਹਦੇ ਵਿੱਚ ਸਭ ਤੋਂ ਪਹਿਲਾ ਕੰਮ ਬੰਦਾ ਸਿੰਘ ਬਹਾਦਰ ਨੇ ਇਹ ਕੀਤਾ ਸੀ ਕਿ ਜਿਹੜੇ ਜ਼ਿਮੀਂਦਾਰ ਸਨ, ਕਾਰਪੋਰੇਟ ਕਹੋ ਉਸ ਵੇਲੇ ਦੇ, ਤੇ ਉਹਨਾਂ ਕਾਰਪੋਰੇਟਾਂ ਦੇ ਜ਼ਿਮੀਂਦਾਰਾਂ ਦੇ ਵੱਡੇ ਵੱਡੇ ਖੇਤਾਂ ਦੇ ਵਿੱਚ ਜਿਹੜੇ ਮੁਜ਼ਾਰੇ ਹਲ ਵਾਹੁੰਦੇ ਸਨ, ਬੰਦਾ ਸਿੰਘ ਬਹਾਦਰ ਨੇ ਐਲਾਨ ਕਰਤਾ ਬਈ ਜਿਹੜਾ ਹਲ ਵਾਹਕ ਆ, ਇਹ ਹਲ ਵਾਹਕ ਹਲ ਵਾਹੁੰਦਾ ਇਸ ਖੇਤ ਦੇ ਵਿੱਚ, ਇਹ ਮਾਲਕ ਹੋਊਗਾ ਖੇਤ ਦਾ। ਕਿੱਡਾ ਵੱਡਾ ਇਨਕਲਾਬ ਆ ਜੀ। ਮਤਲਬ ਕੱਲਾ ਥਿਊਰੀਕਲੀ ਨਹੀਂ, ਪ੍ਰੈਕਟੀਕਲੀ ਆ, ਤੇ ਪ੍ਰੈਕਟੀਕਲ ਕੀਤਾ, ਹੱਕ ਦਵਾਏ ਸੀ, ਇਹ ਖੋਣ ਚੱਲੇ। ਹਾਂਜੀ, ਉਹਨਾਂ ਨੇ ਬੰਦਾ ਸਿੰਘ ਬਹਾਦਰ, ਇਹਨੂੰ ਕਹਿੰਦੇ ਨੇ ਜੀ ਰਾਜ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਰਾਜਾ ਰਾਜ ਹੱਠ ਨਾ ਰੱਖੇ, ਰਾਜਾ ਰਾਜ ਧਰਮ ਪਾਲੇ। ਰਾਜੇ ਦਾ ਮਿਸਾਲਾਂ ਤਾਂ ਬਹੁਤ ਦਿੰਦੇ ਮਹਾਰਾਜਾ ਰਣਜੀਤ ਸਿੰਘ ਦੀਆਂ, ਫਿਰ ਉਹਨਾਂ ਤੋਂ ਸਿੱਖਦੇ ਕਿਉਂ ਨਹੀਂ ਜੀ? ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਰਾਜ ਕੀਤਾ, ਉਹ ਰਾਜ ਸਾਰਾ ਇਤਿਹਾਸ ਪੜ੍ਹ ਕੇ ਦੇਖ ਲਓ, ਪਤਾ ਤਾਂ ਹੈਗਾ ਪੰਡਾ ਬੰਨ ਕੇ ਪੜ੍ਹੇ ਆ ਇਹਨਾਂ ਨੇ, ਕਿਵੇਂ ਖਜ਼ਾਨੇ ਖੋਲ੍ਹਤੇ। ਸਟੇਜ ਤੋਂ ਕਹਾਣੀਆਂ ਸੁਣਾਉਣੀਆਂ ਹੁੰਦੀਆਂ ਜੀ ਮੋਦੀ ਨੇ, ਕਿਉਂਕਿ ਉਹਨਾਂ ਦੀ ਜਿਹੜੀ ਕੈਬਨਿਟ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ, ਉਹ ਕੈਬਨਿਟ ਦੇ ਵਿੱਚ ਉਹ ਸਾਰੇ ਧਰਮਾਂ ਦੇ, ਹਿੰਦੂ ਮੁਸਲਮਾਨ ਸਿੱਖ ਸਾਰੇ ਧਰਮਾਂ ਦੇ ਮੰਤਰੀ ਸਨ, ਤੇ ਉਹ ਸਾਂਝਾ ਰਾਜ ਸੀ। ਫਿਰ ਕਿਵੇਂ ਖਜ਼ਾਨਾ ਖੋਲਿਆ, ਕਿਵੇਂ ਬਜ਼ੁਰਗ ਦੀ ਪੰਡ ਚੁੱਕੀ, ਤੇ ਕਿਵੇਂ ਜਦੋਂ ਉਹਦੇ ਘਰੇ ਜਾ ਕੇ ਸੁੱਟੀ, ਤੇ ਉਹਨੂੰ ਜਦੋਂ ਪਤਾ ਲੱਗਿਆ ਵੀ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ, ਉਹ ਕਹਿੰਦਾ ਮਹਾਰਾਜਾ, ਉਹ ਕਹਿੰਦਾ ਨਹੀਂ, ਕਹਿੰਦਾ ਮੈਂ ਤਾਂ ਪਰਜਾ ਦਾ ਕੂਕਰ ਆ, ਤੇ ਉਹਨਾਂ ਦੀਆਂ ਗੱਲਾਂ ਕਰਨੀਆਂ, ਤੇ ਫਿਰ ਲੋਕਾਂ ਦੇ ਉੱਤੇ ਏਡਾ ਵੱਡਾ ਅਤਿਆਚਾਰ ਕਰਨਾ। ਸੋ ਮੈਂ ਤਾਂ ਇਸ ਗੱਲ ਦਾ ਬਹੁਤ ਵੱਡਾ ਐਲਾਨ ਕਰਦਾ ਕਿ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਹਨਾਂ ਚਿਰ ਸਾਨੂੰ ਵਿਸ਼ਵਾਸ ਆ ਆਪਣੇ ਇਤਿਹਾਸ 'ਤੇ, ਕਿਉਂਕਿ ਸਿੱਖੀ ਦਾ ਲਹੂ ਆ ਇਹਨਾਂ ਯੋਧਿਆਂ ਦੇ ਖੂਨ ਦੇ ਵਿੱਚ, ਕੋਈ ਜੰਮਿਆ ਨਹੀਂ ਇਹਨਾਂ ਨੂੰ ਉਹ ਦਿੱਲੀ ਦੀਆਂ ਸਰਹੱਦਾਂ ਤੋਂ ਮੋੜਨ ਵਾਲਾ। ਦਿੱਲੀ ਹਾਰੂਗੀ, ਮੋਦੀ ਹਾਰੂਗਾ, ਤੇ ਕਿਸਾਨ ਜਿੱਤਣਗੇ। ਤੇ ਇਹ ਵੀ ਫਿਰ ਕਿਹਾ ਜਾ ਸਕਦਾ ਵੀ ਜਿਵੇਂ ਆਮ ਤੌਰ ਤੇ ਕਹਿੰਦੇ ਆਪਾਂ, ਜੇ ਗਿੱਦੜ ਦੀ ਮੌਤ ਆਉਂਦੀ ਉਹ ਸ਼ਹਿਰ ਵੱਲ ਨੂੰ ਭੱਜਦਾ, ਵੀ ਜਦੋਂ ਗਿੱਦੜ ਦੀ ਮੌਤ ਆਉਂਦੀ ਤਾਂ ਉਹ ਪੰਜਾਬ ਵੱਲ ਨੂੰ ਭੱਜਦਾ, ਕਿਉਂਕਿ ਹੁਣ ਤੱਕ NRC 370 ਸੀ, ਇਹ ਹੋਰ ਬਥੇਰਾ ਕੁਝ ਕਰ ਲਿਆ। ਠੀਕ ਹੈ, ਲੋਕ ਕਰਦੇ ਰਹੇ, ਪਰ ਨਹੀਂ ਉਹ ਬਣੀ ਗੱਲ। ਨਰਿੰਦਰ ਮੋਦੀ ਹਮੇਸ਼ਾ ਉੱਪਰ ਰਹਿੰਦਾ ਰਿਹਾ, ਪਰ ਹੁਣ ਮੱਥਾ ਪੰਜਾਬ ਨਾਲ ਲੱਗਿਆ ਜੀ। ਕੁਰਬਾਨੀਆਂ ਕਰਕੇ ਹੀ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਲੋਕਾਂ ਦੇ ਹਿੱਤਾਂ ਦੇ ਉੱਤੇ ਪਹਿਰਾ ਦਿੱਤਾ ਗਿਆ। ਇਹ ਇਤਿਹਾਸ ਦੁਹਰਾਇਆ ਜਾਊਗਾ। ਮਹਿੰਦੀ ਰੱਖ ਕੇ ਹੱਥਾਂ ਤੇ ਲੱਗਦੀ ਹੈ, ਹੀਰਾ ਵਿੱਚ ਕੇ ਗਲੇ ਦਾ ਹਾਰ ਬਣਦਾ ਹੈ, ਸੋਨਾ ਵਿੱਚ ਕਠਾਲੀ ਤੇ ਢਲੇ ਜਿੰਨਾ, ਉਹਨਾਂ ਸ਼ੁੱਧ ਤੇ ਚਮਕਦਾਰ ਬਣਦਾ ਹੈ। ਜਾਵੇ ਪੀਸਿਆ ਖਰਲ ਦੇ ਵਿੱਚ ਸੁਰਮਾ, ਫਿਰ ਕਿਸੇ ਦੇ ਨੈਣਾ ਦੀ ਧਾਰ ਬਣਦਾ ਹੈ। ਮੋਤੀ ਨਿਕਲ ਕੇ ਸਿੱਪੀ ਦੀ ਕੁੱਖ ਵਿੱਚੋਂ, ਕਿਸੇ ਜ਼ੁਲਫ ਦਾ ਫੇਰ ਸ਼ਿੰਗਾਰ ਬਣਦਾ ਹੈ। ਮੱਚ ਬਚ ਕੇ ਸਾਖੀਆ ਬਣੇ ਦਾਰੂ, ਰੋਗ ਰੋਗੀਆਂ ਦੇ ਕੱਟਣ ਹਾਰ ਬਣਦਾ ਹੈ। ਓਏ ਐਵੇਂ ਮਿਲੇ ਸਰਦਾਰੀ ਨਾਲ ਚਰਨ ਸੀਗਾ, ਜਿਹੜਾ ਸਿਰ ਵਾਰੇ ਉਹ ਸਰਦਾਰ ਬਣਦਾ ਹੈ। ਗੁਰੂ ਸਾਹਿਬ ਨੇ ਸਰਦਾਰੀਆਂ ਦਿੱਤੀਆਂ ਨੇ, ਇਹ ਸਰਦਾਰੀਆਂ ਤੇ ਪਹਿਰਾ ਦੇਣਗੇ ਪੰਜਾਬ ਦੇ ਵਾਰਸ। ਤੇ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਕਿ ਜਿਹੜੇ ਗੁਰੂ ਸਾਹਿਬ ਦੇ ਲਾਲ ਨੇ, ਕਿਉਂਕਿ ਆਪਾਂ ਜਦੋਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸਪੁੱਤਰਾਂ ਦੀ ਗਿਣਤੀ ਕਰਦੇ ਆ ਤਾਂ ਬੜੇ ਫਖਰ ਦੇ ਨਾਲ ਆਪਾਂ 5 ਕਹਿੰਦੇ ਆ। 5 ਇਸ ਕਰਕੇ ਕਹਿੰਦੇ ਆ ਕਿਉਂਕਿ ਦੁਨੀਆ ਦੇ ਵਿੱਚ ਕਿਸੇ ਨੇ ਮਜ਼ਲੂਮ ਨੂੰ ਆਪਦੀ ਔਲਾਦ ਨਹੀਂ ਬਣਾਇਆ।
ਜੇ ਬਣਾਇਆ ਤਾਂ ਉਹ ਔਲਾਦ ਵਾਲਾ ਬਾਪ ਵਾਲਾ ਪਿਆਰ ਨਹੀਂ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਰੀਬ ਦੇ ਬੱਚੇ ਨੂੰ ਚੁੱਕ ਕੇ, ਮਜ਼ਲੂਮ ਦੇ ਬੱਚੇ ਨੂੰ ਚੁੱਕ ਕੇ ਛਾਤੀ ਨਾਲ ਲਾਇਆ ਤੇ ਪਿਆਰ ਇੰਨਾ ਦਿੱਤਾ, ਆਪ ਦੇ 4 ਜਿਗਰ ਦੇ ਟੋਟੇ ਇਸ ਮਜ਼ਲੂਮ ਦੇ ਬੱਚੇ ਤੋਂ ਵਾਰਤੇ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਪੁੱਤਰ ਹੋਣ ਦਾ ਮਾਣ ਰੱਖਦੇ ਨੇ ਪੰਜਾਬ ਦੇ ਜਾਏ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 5 ਸਪੁੱਤਰ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਪੰਥ ਪੁੱਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਤੇ ਇਹਨਾਂ ਨੇ, ਕਿਉਂਕਿ ਇਹਨਾਂ ਦੀਆਂ ਰਗਾਂ ਦੇ ਵਿੱਚ ਕਲਗੀਆਂ ਵਾਲੇ ਪਿਤਾ ਦਾ ਖੂਨ ਆ, ਇਹ ਸਾਹਿਬਜ਼ਾਦਿਆਂ ਦੇ ਵੀਰ ਨੇ। ਇਹਨਾਂ ਨੇ ਅੱਜ ਸਾਬਤ ਕਰਤਾ ਬਈ ਜਿਹੜਾ ਗੋਦੀ ਮੀਡੀਆ, ਜਿਹੜਾ ਨੈਸ਼ਨਲ ਮੀਡੀਆ, ਬਕਾਊ ਮੀਡੀਆ, ਕਿਉਂਕਿ ਇਹਨਾਂ ਨੇ ਇਹ ਇੱਕ ਪਲਾਨ ਨਾਲ, ਇੱਕ ਸਾਜ਼ਿਸ਼ ਰਚੀ ਹੋਈ ਹੈ, ਇਹ ਪ੍ਰਚਾਰ ਰੰਭਿਆ ਹੋਇਆ ਬਈ ਇਹਨਾਂ ਨੂੰ ਇੰਨਾ ਬਦਨਾਮ ਕਰ ਦਿਓ ਬਈ ਇਹ ਦੁਨੀਆ 'ਚ ਬਦਨਾਮ ਹੋ ਜਾਣੇ, ਉੱਠ ਕੇ ਆਪਦੇ ਹੱਕ ਮੰਗੇ ਹੀ ਨਾ ਸਕਣ ਜੀ। ਪਰ ਵੀਰ ਜੀ, ਜੇ ਖੜੱਪਾ ਸੱਪ 2 ਡਿਗਰੀ ਸੈਲਸੀਅਸ ਟੈਂਪਰੇਚਰ ਦੇ ਵਿੱਚ ਬੈਠਾ ਹੋਵੇ ਤਾਂ ਉਹ ਕਿਹੜਾ ਫਿਰ ਚੂਹਾ ਬਣ ਜਾਊਗਾ, ਵੱਜਣਾ ਤਾਂ ਮੱਥੇ 'ਚ ਹੀ ਆ। ਤੇ ਜੇ ਸ਼ੇਰ ਜੀ ਠੰਡ ਦੇ ਵਿੱਚ ਬੈਠਾ ਹੋਵੇ, ਪਾਲੇ ਦੇ ਵਿੱਚ ਬੈਠਾ ਹੋਵੇ, ਕੜਾਕੇ ਦੀ ਸਰਦੀ ਦੇ ਵਿੱਚ ਬੈਠਾ ਹੋਵੇ, ਉਹ ਕਿਹੜਾ ਫਿਰ ਗਿੱਦੜ ਬਣ ਜੂ, ਰਹਿਣਾ ਤਾਂ ਉਹਨੇ ਸ਼ੇਰ ਹੀ ਆ। ਤੇ ਗੁਰੂ ਗੋਬਿੰਦ ਸਿੰਘ ਦੇ ਸਪੁੱਤਰਾਂ ਨੇ ਰਹਿਣਾ ਤਾਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੀ ਆ। ਅੱਜ ਪੂਰੇ ਚੈਨਲਾਂ ਵਾਲੇ ਵੀਰਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ, ਤੁਹਾਡਾ ਧੰਨਵਾਦ ਕਰਦਾ, ਤੁਸੀਂ ਆਹ ਲੋਕ ਪੰਜਾਬ ਚੈਨਲ ਦੇ ਨਾਲ ਬਹੁਤ ਵੱਡਾ ਪ੍ਰਚਾਰ ਕਰ ਰਹੇ ਹੋ ਜੀ। ਤੇ ਅੱਜ ਤੁਸੀਂ ਦੱਸਤਾ ਫਿਰ ਬਈ ਆਹ ਪੰਜਾਬ ਦੇ ਜਿਹੜੇ ਗੱਭਰੂ ਨੇ ਇਹ ਚਿੱਟਾ ਨਹੀਂ ਖਾਂਦੇ, ਇਹ ਨਸ਼ੇੜੀ ਨਹੀਂ, ਜਿਹੜਾ ਐਨ ਇੱਕ ਕੁਝ ਹੀ ਗਿਣੀ ਮਿਥੀ ਸਾਜ਼ਿਸ਼ ਦੇ ਨਾਲ ਪ੍ਰਚਾਰ ਲੱਭਿਆ ਗਿਆ ਸੀਗਾ ਤੇ ਉਹਦੇ ਪ੍ਰਚਾਰ ਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਸਾਡੇ ਨੌਜਵਾਨਾਂ ਨੇ, ਪੁੱਤਾਂ ਧੀਆਂ ਨੇ। ਤੇ ਅੱਜ ਉਹੀ ਮੁੰਡੇ ਨੇ, ਜੇ ਇਹ ਨਸ਼ਾ ਖਾਂਦੇ ਹੁੰਦੇ ਤਾਂ ਇਹ ਮੱਜੇ ਤੋਂ ਨਾ ਉੱਠ ਸਕਦੇ। ਤੇ ਇਹਨਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਅੰਮ੍ਰਿਤ ਦਾ ਜਜ਼ਬਾ ਜੀ ਅੱਜ ਇਹਨਾਂ ਨੇ ਦੱਸਤਾ। ਜਦੋਂ ਇਹਨਾਂ ਦੇ ਹੱਕਾਂ ਤੇ ਡਾਕਾ ਪਿਆ, ਇਹ ਸ਼ੇਰ ਉੱਠ ਕੇ ਉਹ ਦਿੱਲੀ ਦੇ ਬਾਰਡਰਾਂ ਵੱਲ ਨੂੰ ਤੁਰ ਪਏ, ਰਾਹ ਦੇ ਵਿੱਚ ਬੈਰੀਕੇਡ ਲਾਏ, ਉਹ ਟਰੈਕਟਰਾਂ ਦੇ ਟੋਜਨ ਪਾ ਕੇ ਖਿੱਚ ਕੇ ਲੈ ਗਏ ਤੇ ਪਾਣੀ ਦੀਆਂ ਵਿਛਾੜਾਂ ਮਾਰੀਆਂ, ਪੈਪ ਵੜਤੇ ਯੋਧਿਆਂ ਨੇ। ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਦੱਸੇ, ਜਦੋਂ ਸਟੇਜ ਤੇ ਜ਼ਿਕਰ ਕਰਿਆ ਨਾ ਵੀ ਅੰਬ ਦੀ ਗੁਠਲੀ ਵਾਂਗੂ। ਹਾਂ, ਮੈਂ ਹੁਣ ਵੀ ਕਹਿਣਾ ਜੀ, ਵਾਟਰ ਕੈਨਾਂ ਨੇ ਜਿਹੜੀਆਂ ਉਹਨਾਂ ਦੇ ਮੂੰਹ ਘੁਮਾਤੇ ਫੜ ਕੇ ਪੁਲਿਸ ਵੱਲ ਨੂੰ, ਇਹ ਉਹੀ ਕਰ ਸਕਦੇ ਨੇ ਜਿਨ੍ਹਾਂ ਦੇ ਡੌਲਿਆਂ 'ਚ ਜਾਨ ਆ ਤੇ ਜਿਹੜੇ ਤੰਦਰੁਸਤ ਨੇ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਨੇ। ਤੇ ਫਿਰ ਇਹਨਾਂ ਨੇ ਉਹ ਕਿੱਡੇ ਕਿੱਡੇ ਟਣਾ ਮੂੰਹ ਪੱਥਰ ਸੁੱਟੇ, ਉਹ ਚੱਕ ਕੇ ਜਿਵੇਂ ਹੜਕ ਮਾਰੀ ਦੀ ਆ ਭਗਾ ਕੇ, ਐਂ ਭਗਾ ਕੇ ਮਾਰੇ। ਤੇ ਇਸ ਕਰਕੇ ਮਾਣ ਕਰਨਾ ਚਾਹੀਦਾ ਬੱਬਰ ਸ਼ੇਰ ਨੇ। ਤੇ ਇਹਨਾਂ ਨੇ ਕਿਹਾ ਸੀ ਕਿ ਪਿਤਾ ਜੀ ਅਸੀਂ ਤੁਹਾਨੂੰ ਭੁੱਲੇ ਨਹੀਂ, ਅਸੀਂ ਆਪ ਦੀ ਖਾਤਰ ਨਹੀਂ ਲੜਦੇ, ਅਸੀਂ ਪੂਰੀ ਦੁਨੀਆ ਦੀ ਖਾਤਰ, ਅਸੀਂ ਹਰੇਕ ਗਰੀਬ ਦੀ ਖਾਤਰ ਹੀ ਲੜਾਂਗੇ, ਕਿਉਂਕਿ ਤੁਸੀਂ ਸਾਨੂੰ ਵਿਰਸਾ ਹੀ ਇਹ ਦਿੱਤਾ। ਸੰਤ ਰਾਮਦਾਸੀ ਜੀ ਲਿਖਦੇ ਨੇ, ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਤਰਨ ਜੁਝਾਰ ਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਮਾਛੀ ਵਾਲੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ, ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ, ਜੇਕਰ ਅੱਗ ਤੇ ਚੜੇ ਤਾਂ ਚੜਨ ਦੇਵੀਂ, ਸਾਡੀ ਮੜੀ ਤੇ ਉੱਗੇ ਹੋਏ ਘਾਹ ਅੰਦਰ ਠਾਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ। ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈਂ, ਪੀਰ ਉੱਚ ਦਾ ਵੀ ਬਣਨਾ ਪੈ ਸਕਦਾ, ਖੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ, ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ। ਐ ਪਰ ਜਾਬਰ ਮੂਹਰੇ ਕਿਵੇਂ ਸਬਰ ਕਰੀਏ, ਅਸੀਂ ਇਹੋ ਜੀ ਜ਼ਹਿਰ ਨਹੀਂ ਪੀ ਸਕਦੇ, ਉਹ ਨੱਕ ਮਾਰ ਕੇ ਪਸ਼ੂ ਵੀ ਜਿਉਣ ਜੀ ਨੂੰ, ਅਸੀਂ ਇਹੋ ਜੀ ਜੂਨ ਨਹੀਂ ਜੀ ਸਕਦੇ। ਵਾਹ ਵਾਹ ਵਾਹ, ਬਹੁਤ ਵਧੀਆ, ਬਹੁਤ। ਕਿਉਂਕਿ ਗੁਰੂ ਸਾਹਿਬ ਨੇ ਤਾਂ ਵੈਸੇ ਹੀ ਖਾਲਸਾ ਨੂੰ ਨਾਮ ਕੁੰਡਲੀਆ ਦਿੱਤਾ, ਅੱਜ ਬਾਰਡਰ ਵੀ ਕੁੰਡਲੀਆ ਤੇ ਪੁੱਜਿਆ ਵੀ ਕੁੰਡਲੀਆ ਹੀ ਹੈ। ਕੁੰਡਲੀਆ ਸਭ ਗੁਰੂ ਗੋਬਿੰਦ ਸਿੰਘ ਜੀ ਨੇ ਨਾਂ ਦਿੱਤਾ ਸੀ। ਤੁਹਾਡਾ ਸ਼ਬਦ ਬਿਲਕੁਲ ਬੜਾ ਵਧੀਆ ਬਈ, ਨਾਂ ਵੀ ਕੁੰਡਲੀਆ ਤੇ ਕੁੰਡਲੀ ਬਾਰਡਰ ਤੇ ਕੁੰਡਲ ਮਾਰੀ ਬੈਠਾ ਤੇ ਇਹਦੇ ਫਰਾਟੇ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ, ਕੋਈ ਬੀਨ ਇਹਨੂੰ ਕੀਲ ਨਹੀਂ ਸਕਦੀ, ਕੋਈ ਪਟਾਰੀਏ ਨੂੰ ਬਸ ਨਹੀਂ ਕਰ ਸਕਦੀ, ਕੋਈ ਸਪੇਰਾ ਇਹਨੂੰ ਕੈਦ ਨਹੀਂ ਕਰ ਸਕਦਾ। ਇਹ ਪਹਿਲਾਂ ਕਿਸੇ ਨੂੰ ਕੁਛ ਨਹੀਂ ਕਹਿੰਦਾ। ਜੇ ਕੋਈ ਇਹਦੀ ਬਰਮੀ ਢਾਹੇ,
ਜੇ ਕਿ ਉਹਦੇ ਫਰਾਟੇ ਨਾਲ ਖੇਡੇ, ਜੇ ਕਿ ਉਹਦੀ ਅੱਖ 'ਚ ਗਹਿਰੀ ਅੱਖ ਨਾਲ ਝਾਕੇ, ਇਹ ਪਾਣੀ ਨਹੀਂ ਮੰਗਣ ਦਿੰਦਾ। ਇੱਕ ਸ਼ੇਅਰ ਹੈ, ਜੀ ਕਿਹੜੇ ਵੇਲੇ ਇਹ ਕਿਹਦੇ ਤੇ ਕਰੇ ਹਮਲਾ, ਹੂੰ ਕਿਹੜੇ ਵੇਲੇ ਕਿਹਦੇ ਤੇ ਕਰੇ ਹਮਲਾ, ਹੁੰਦਾ ਕੋਈ ਪਤਾਰ ਭੁਝੰਗਦਾ ਨਾ। ਹੂੰ ਕਿਹੜੇ ਵੇਲੇ ਇਹ ਕਿਹਦੇ ਤੇ ਕਰੇ ਹਮਲਾ, ਹੁੰਦਾ ਕੋਈ ਤਬਾਰ ਭੁਝੰਗਦਾ ਨਾ। ਆਦਤ ਇਸ ਦੀ ਜਾਣਦੀ ਕੁੱਲ ਦੁਨੀਆ, ਇਹਦੇ ਸਾਹਮਣੇ ਕੋਈ ਵੀ ਖੰਘਦਾ ਨਾ। ਹੂੰ ਜਿਹੜੀ ਜਗ੍ਹਾ ਹੈ ਇਹਦਾ ਨਿਵਾਸ ਹੁੰਦਾ, ਡਰਦਾ ਉੱਥੋਂ ਦੀ ਕੋਈ ਲੰਘਦਾ ਨਾ। ਇੱਕੋ ਇੱਕ ਇਸ ਦੀ ਸਿਫਤ ਵੱਡੀ, ਛੇਤੀ ਕੀਤਾ ਕਿਸੇ ਨੂੰ ਡੰਗਦਾ ਨਾ। ਐ ਪਰ ਚਰਨ ਸਿਆ ਜੇ ਡੰਗ ਦੇਵੇ, ਮਰਨ ਵਾਲਾ ਫਿਰ ਪਾਣੀ ਵੀ ਮੰਗਦਾ ਨਾ। ਵਾਹ ਵਾਹ, ਪਾਣੀ ਨਹੀਂ ਮੰਗਣ ਦੇਣਗੇ, ਜਿੱਤ ਕੇ ਆਉਣਗੇ ਜਿੱਤ ਤੇ ਜਿੱਤ ਇਹਨਾਂ ਦੀ ਝੋਲੀ 'ਚ ਪਊਗੀ ਤੇ ਦਿੱਲੀ ਹਾਰੂਗੀ, ਕਿਸਾਨ ਜਿੱਤਣਗੇ। ਲਾਸਟ ਸਵਾਲ ਹੈ, ਜਦੋਂ ਭਾਜਪਾ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਕਹਿੰਦੇ ਵੀ ਹਰ ਵਰਗ ਹੁਣ ਤਾਂ ਆ ਗਿਆ ਭਾਈ, ਹੁਣ ਤਾਂ ਦੇਖ ਲਓ ਕਲਾਕਾਰ ਵੀ ਆ ਗਏ ਆ, ਪ੍ਰਚਾਰਕ ਵੀ ਆ ਗਏ ਆ, ਹੋਰ ਜਿਹੜੇ ਲੋਕ ਖੇਤੀ ਨਾਲ ਨਹੀਂ ਸੰਬੰਧਿਤ ਉਹ ਵੀ ਆ ਗਏ। ਉਹ ਇੱਕ ਗੱਲ ਕਹਿੰਦੇ ਆ ਜੀ, ਉਹ ਕਹਿੰਦੇ ਜਿਹੜੇ ਪ੍ਰਚਾਰਕ ਆ, ਢਾਡੀ ਆ, ਕਲਾਕਾਰ ਆ, ਵੀ ਇਹ ਤਾਂ ਆਪਣੀਆਂ ਸਟੇਜਾਂ ਬਚਾਉਣ ਦੇ ਲਈ ਸਟੇਜਾਂ ਤੋਂ ਬੋਲ ਰਹੇ ਨੇ। ਕਹਿੰਦੇ ਜਦੋਂ ਸਾਡੀਆਂ ਵੋਟਾਂ ਆਉਣੀਆਂ ਤਾਂ ਸਿਆਸੀ ਸਟੇਜਾਂ ਤੇ ਇਹਨਾਂ ਨੂੰ ਪੈਸੇ ਦੇ ਕੇ ਚੜਾ ਕੇ ਦਿਖਾਵਾਂਗੇ, ਤੇ ਇਹਨਾਂ ਨੂੰ ਸਿਰਫ ਪੈਸੇ ਦਾ ਲਾਲਚ ਆ ਜੀ। ਤੁਸੀਂ ਉਹਨਾਂ ਲੋਕਾਂ ਨੂੰ ਕੀ ਜਵਾਬ, ਕੀ ਜੇ ਕੱਲ੍ਹ ਨੂੰ ਆਲਮਗੀਰ ਸਾਹਿਬ ਨੂੰ ਭਾਜਪਾ ਵਾਲਿਆਂ ਨੇ ਦਿੱਤਾ 4 ਲੱਖ 5 ਲੱਖ ਰੁਪਇਆ ਵੀ ਆ ਜਾਓ ਜੀ ਹੁਣ ਸਾਡੇ ਸਟੇਜ ਤੋਂ ਵੀ ਬੋਲੋ, ਕਿ ਆਲਮਗੀਰ ਸਾਹਿਬ ਉੱਥੇ ਵੀ ਫਿਰ ਦਿਸਣਗੇ ਜੀ ਭਾਜਪਾ ਦੀਆਂ ਸਟੇਜਾਂ ਤੇ, ਰਾਜ ਸਿਆਸੀ ਸਟੇਜਾਂ ਤੇ ਜੀ? ਅਸੀਂ ਤਾਂ ਜੀ ਕੌਮ ਦੇ ਪ੍ਰਚਾਰਕ ਹਾਂ। ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਇਹ ਆਸ਼ੀਰਵਾਦ ਲੈ ਕੇ, ਸੱਚੇ ਪਾਤਸ਼ਾਹ ਤੋਂ ਥਾਪੜਾ ਲੈ ਕੇ ਸਟੇਜਾਂ ਤੇ ਆਏ ਹਾਂ। ਅਸੀਂ ਤਾਂ ਆਪਦੇ ਵੀਰਾਂ ਦੇ ਹੱਕ ਦੇ ਵਿੱਚ ਹੀ ਬੋਲਾਂਗੇ, ਅਰਦਾਸ ਕਰਦੇ ਹਾਂ, ਵਿਸ਼ਵਾਸ ਵੀ ਦਿਵਾਉਂਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਜਿਹੜੀ ਸਾਡੀ ਆਵਾਜ਼ ਆ ਇਹ ਜਦੋਂ ਵੀ ਗੂੰਜੇ, ਇਹ ਸਾਡੇ ਮਿਹਨਤੀ ਭਰਾਵਾਂ ਜਿਨ੍ਹਾਂ ਦੀ ਆਸ਼ੀਰਵਾਦ ਦੇ ਨਾਲ ਅਸੀਂ ਸਟੇਜਾਂ ਦੇ ਉੱਤੇ ਖੜ੍ਹੇ ਹਾਂ, ਇਹ ਉਹਨਾਂ ਦੇ ਹੱਕ ਦੇ ਵਿੱਚ ਗੂੰਜੇ। ਪਰ ਕੁਝ ਲੋਕ ਸਿਆਸੀ ਸਟੇਜਾਂ ਤੋਂ ਚੜ੍ਹ ਜਾਂਦੇ ਆ, ਤੇ ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਦੇ ਵੀ ਯਾਰ ਤੁਸੀਂ ਉਦੋਂ ਤਾਂ ਬੋਲੇ ਸੀ ਨਾ ਸਿਆਸਤਦਾਨਾਂ ਦੇ ਖਿਲਾਫ, ਤੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਆ, ਵੀ ਸਾਨੂੰ ਤਾਂ ਜਿਹੜਾ ਬੁਲਾ ਲੂੰਗਾ ਅਸੀਂ ਉਵੇਂ ਦਾ ਬੋਲ ਦਿੰਦੇ ਆ ਜੀ। ਨਹੀਂ ਵੀਰ ਜੀ, ਨਹੀਂ ਹਾਂ, ਅਸੀਂ ਤਾਂ ਵੀਰ ਜੀ, ਸਾਡਾ ਤਾਂ ਜਦੋਂ ਦਾ ਅਸੀਂ ਜੱਥਾ ਬਣਾਇਆ ਤੇ ਅਸੀਂ ਸਟੇਜਾਂ ਦੇ ਉੱਤੇ ਬੋਲਣ ਲੱਗੇ ਆ, ਉਦੋਂ ਤੋਂ ਮੈਂ ਤਾਂ ਆਪਦੀ ਜ਼ਮੀਰ ਦੀ ਆਵਾਜ਼ ਨਾਲ ਹੀ ਬੋਲਿਆ ਜੀ। ਵਾਹ। ਅਸੀਂ ਬਕਾਊ ਨਹੀਂ ਹੈਗੇ ਜੀ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਥਾਪੜਾ ਦੇ ਕੇ ਇਹ ਸਟੇਜਾਂ ਤੇ ਸ਼ਿੰਗਾਰ ਬਣਾਇਆ। ਐਡਾ ਵੱਡਾ ਮਾਣ ਕੌਣ ਖੋ ਸਕਦਾ ਜੀ? ਇੱਕ ਚੈਲੰਜ ਫਿਰ ਤੁਹਾਡੇ ਵੱਲੋਂ ਤੁਸੀਂ ਕਰੋ ਵੀ ਲੈ ਫਿਰ ਜੇ ਇਹ ਗੱਲ ਹੈ ਤਾਂ ਭਾਜਪਾ ਦੇ ਸਟੇਜਾਂ ਤੇ ਆਲਮਗੀਰ ਸਾਹਿਬ ਨੂੰ ਚੜਾ ਕੇ ਦਿਖਾ ਦਿਓ, ਕਰਦੇ ਹੋ ਜੀ? ਅਸੀਂ ਜੀ ਮਤਲਬ ਕੋਈ ਜਿੱਥੇ ਕੋਈ ਵੀ ਇਹੋ ਜੀ ਸਟੇਜ ਹੈ, ਹਾਂ, ਚਾਹੇ ਭਾਜਪਾ ਦੀ ਹੋਵੇ ਚਾਹੇ ਕਿਸੇ ਦੀ ਵੀ ਸਟੇਜ ਹੋਵੇ, ਜ਼ਮੀਰ ਨਾਲ ਬੋਲਾਂਗੇ। ਤੇ ਜਿੱਥੇ ਕੋਈ ਜ਼ਮੀਰ ਵੇਚ ਕੇ ਕੋਈ ਸ਼ਬਦ ਕਹਿਣਾ ਪਿਆ, ਉਹ ਸ਼ਬਦ ਸਾਡੀ ਜ਼ੁਬਾਨ ਤੇ ਨਹੀਂ ਕਦੇ ਆਊਗਾ। ਵਾਹ। ਤੇ ਅਸੀਂ ਫੇਰ ਇਹ ਗੱਲ ਕਹਿੰਦੇ ਆ, ਚਾਹੇ ਉਹਨਾਂ ਦੀਆਂ ਸਟੇਜਾਂ ਤੇ ਚੜ੍ਹ ਕੇ ਉਹਨਾਂ ਦੇ ਖਿਲਾਫ ਗੱਲ ਜਾਵੇ, ਸੱਚ ਦੀ ਹੋਵੇ, ਸੱਚ ਦੀ ਆਵਾਜ਼। ਜਿਵੇਂ ਅੱਜ ਬੋਲ ਕੇ ਆਏ ਆ, ਤੁਸੀਂ ਦੇਖਿਆ, ਹਾਂਜੀ ਅੱਜ ਬੋਲ ਕੇ ਆਏ ਆ, ਅੱਜ 2-2.5 ਘੰਟੇ ਬੋਲਿਆ, ਤੇ ਅੱਜ ਸੰਗਤ ਨੇ ਇੱਕ ਟੱਕ ਲਗਾਤਾਰ ਟਕਾ ਦੇ ਨਾਲ ਸਾਰਾ ਪ੍ਰੋਗਰਾਮ ਸਰਵਣ ਕੀਤਾ। ਸੋ ਇਹ ਤਾਂ ਹੀ ਸੁਣਦੇ ਨੇ ਸਾਡੇ ਵੀਰ, ਜੇ ਆਪਾਂ ਜ਼ਮੀਰ ਦੀ ਆਵਾਜ਼ ਨਾਲ ਬੋਲਦੇ ਆ। ਇਸ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਆ, ਇਹ ਕਲਾ ਜਿਹੜੀ, ਇਹ ਕਲਾ ਬਕਾਊ ਨਹੀਂ, ਇਹ ਗੁਰੂ ਸਾਹਿਬ ਦੀ ਦਾਤ ਹੈ ਜੀ, ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ। ਇਸ ਕਰਕੇ ਕਲਾ ਇਹ ਸਾਡੇ ਪੰਜਾਬ ਨੂੰ, ਸਾਡੀ ਧਰਤੀ ਨੂੰ, ਸਾਡੇ ਪੰਥ ਨੂੰ ਸਮਰਪਿਤ ਹੈ। ਸੋ ਜਦੋਂ ਵੀ ਅਸੀਂ ਕਿਤੇ ਬੋਲਾਂਗੇ, ਅਸੀਂ ਆਪਦੇ ਇਹਨਾਂ ਯੋਧਿਆਂ ਦੇ ਜਿਹੜੇ ਜੂਝ ਰਹੇ ਨੇ, ਇਤਿਹਾਸ ਦੁਹਰਾ ਰਹੇ ਨੇ, ਹੱਕ ਸੱਚ ਲਈ ਲੜ ਰਹੇ ਨੇ, ਇਹਨਾਂ ਦੇ ਹੱਕ ਵਿੱਚ ਬੋਲਾਂਗੇ। ਪਰ ਜੇ ਉਹਨਾਂ ਨੇ ਇਹੀ ਕਹਿਤਾ, ਜੇ ਉਹਨਾਂ ਨੇ ਜੀ ਵੀ ਪੈਸੇ ਦੇ ਵੀ ਚਲੋ ਜੀ ਹੁਣ ਤੁਸੀਂ ਥੋੜ੍ਹਾ ਜਿਹਾ ਇਹਨਾਂ ਨੂੰ, ਕਿਸਾਨਾਂ ਨੂੰ ਸਰਕਾਰ ਦੇ ਪਾਸਿਓਂ ਥੋੜ੍ਹਾ ਜਿਹਾ ਸਮਝਾਓ ਬਿੱਲਾਂ ਬਾਰੇ, ਵੀ ਸੋਧ ਤੇ ਆ ਜਾਣ। ਅਸੀਂ ਇਹ ਕਹਾਂਗੇ ਵੀ ਕਾਲੇ ਕਾਨੂੰਨ ਜਿੰਨੇ ਚਿਰ ਰੱਦ ਨਹੀਂ ਕਰਦੇ, ਉਹਨਾਂ ਚਿਰ ਚੈਨ ਨਾਲ ਨਹੀਂ ਬੈਠਾਂਗੇ। ਤੇ ਜਿੰਨਾ ਚਿਰ ਤੁਹਾਡੀ ਗਰਦਨ ਦੇ ਵਿੱਚੋਂ, ਮੋਦੀ ਦੀ ਗਰਦਨ ਦੇ ਵਿੱਚੋਂ ਹੈਂਕੜ ਦਾ ਕੀਲਾ ਨਹੀਂ ਨਿਕਲਦਾ, ਉਹਨਾਂ ਚਿਰ ਚੁੱਪ ਕਰਕੇ ਨਹੀਂ ਬੈਠਾਂਗੇ। ਉਹਦੀ ਗਰਦਨ ਦੇ ਵਿੱਚੋਂ ਹੈਂਕੜ ਦਾ ਕੀਲਾ ਕੱਢ ਕੇ ਹੀ ਮੁੜਾਂਗੇ ਤੇ ਜਿੱਤ ਕੇ ਮੁੜਾਂਗੇ। ਬਹੁਤ ਸ਼ੁਕਰੀਆ ਜੀ ਸਮਾਂ ਦੇਣ ਦੇ ਲਈ। ਬਾਕੀ ਅਪੀਲ ਕਰਦੇ ਹਾਂ ਸਾਰੇ ਵੀਰਾਂ ਨੂੰ ਵੀ ਆਪਾਂ ਨੂੰ ਸਾਰਿਆਂ ਨੂੰ, ਕਿਉਂਕਿ ਇਹ ਜਿਹੜਾ ਅੰਦੋਲਨ ਆ, ਇਹ ਅੰਦੋਲਨ ਇਕੱਲੇ ਕਿਸਾਨ ਦਾ ਅੰਦੋਲਨ ਨਹੀਂ, ਕਿਉਂਕਿ ਅਗਰ ਕਿਸਾਨ ਖੁਸ਼ਹਾਲ ਹੈ ਤਾਂ ਉਹਦੇ ਨਾਲ ਹੀ ਦੁਕਾਨਦਾਰ ਖੁਸ਼ਹਾਲ ਆ, ਦੁਕਾਨਦਾਰ ਖੁਸ਼ਹਾਲ ਆ ਤਾਂ ਉਹਦੇ ਨਾਲ ਹੀ ਜੇ ਕੋਈ ਬੰਦਾ ਕੋਈ ਆਪਦਾ ਉਤਪਾਦ ਵੇਚਦਾ ਤਾਂ ਉਹ ਬੰਦੇ ਦਾ ਉਤਪਾਦ ਵੀ ਉਹ ਤਾਂ ਹੀ ਕੋਈ ਖਰੀਦੂਗਾ ਅਗਰ ਜੱਟ ਤੋਂ ਸ਼ੁਰੂ ਹੋ ਕੇ ਉਹ ਖੁਸ਼ਹਾਲ ਹੋ ਕੇ ਤਾਂ ਅੱਗੋਂ ਦੀ ਅੱਗੋਂ ਇਹ ਸਾਰੀ ਚੇਨ ਕੰਮ ਕਰਦੀ ਹੈ। ਸੋ ਇਸ ਕਰਕੇ ਹਰੇਕ ਇਨਸਾਨ ਦਾ ਕਿਸਾਨ ਦੇ ਨਾਲ ਸੰਬੰਧ ਹੈ। ਕਿਸਾਨ ਅੰਦੋਲਨ ਨਹੀਂ,
ਇਹ ਪੂਰੇ ਸੰਸਾਰ ਦੇ ਮਿਹਨਤਕਸ਼ ਲੋਕਾਂ ਦਾ ਅੰਦੋਲਨ ਆ। ਤੇ ਅੱਜ ਦੇਖੋ ਗੂੰਜਾਂ ਪੈਂਦੀਆਂ ਨੇ, ਪੂਰੇ ਵਰਲਡ ਦੇ ਵਿੱਚ ਪੈਂਦੀਆਂ ਨੇ, ਸਾਰੇ ਕੰਟਰੀਆਂ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਕੋਈ ਇਹੋ ਜਿਹਾ ਮੁਲਕ ਨਹੀਂ ਰਿਹਾ। UNO ਦੇਖੋ ਕਿੱਡੀ ਵੱਡੀ ਦੁਨੀਆ ਦੀ ਸੰਸਥਾ ਜੀ UNO ਵਾਲਿਆਂ ਨੇ ਵੀ ਇਹ ਨੋਟਿਸ ਭੇਜਤਾ ਕਿ ਅਗਰ ਭਾਰਤ ਨੂੰ ਤੁਸੀਂ ਲੋਕਤੰਤਰ ਕਹਿੰਦੇ ਹੋ ਬਈ ਫਿਰ ਜਿਹੜੇ ਕੋਈ ਆਪਦਾ ਹੱਕ ਮੰਗਣ ਦੇ ਖਾਤਰ ਦੇਸ਼ ਦੀ ਰਾਜਧਾਨੀ ਵੱਲ ਨੂੰ ਰੋਸ ਪ੍ਰਗਟ ਕਰਕੇ ਆਉਂਦੇ ਨੇ, ਉਹਨਾਂ ਤੇ ਪਾਣੀ ਦੀਆਂ ਵਿਛਾੜਾਂ ਕਿਉਂ ਮਾਰਦੇ, ਉਹਨਾਂ ਤੇ ਲਾਠੀਆਂ ਕਿਉਂ ਮਾਰਦੇ, ਉਹਨਾਂ ਦੇ ਉੱਤੇ ਲਾਠੀ ਚਾਰਜ ਕਿਉਂ ਕਰਦੇ ਆ। ਸੋ ਇਸ ਕਰਕੇ ਗੂੰਜਾਂ ਸਾਰੇ ਵਰਲਡ 'ਚ ਪਈਆਂ ਹੋਈਆਂ ਨੇ ਜੀ। ਸਾਰੇ ਸੰਸਾਰ ਦੀ ਹਮਦਰਦੀ ਇਸ ਵੇਲੇ ਕਿਸਾਨਾਂ ਦੇ ਨਾਲ ਹੈ। ਸੋ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਜਿਹੜੇ ਸਾਡੇ ਮਾਸੂਮ ਬੱਚੇ, ਸਾਡੇ ਵੀਰ ਜਾਂ ਸਾਡੇ 90 ਸਾਲ ਦੇ ਬਜ਼ੁਰਗ, ਕਿਉਂਕਿ 44 ਦਿਨ ਹੋ ਗਏ ਜੀ ਅਜੇ ਤੱਕ ਟਸ ਤੋਂ ਮਸ ਨਹੀਂ ਹੋਈ ਸਰਕਾਰ, ਤੇ 90 ਦੇ ਕਰੀਬ ਸਾਡੇ ਯੋਧੇ ਇਹ ਸੰਘਰਸ਼ ਦੀ ਭੇਟਾ ਚੜ੍ਹ ਗਏ, ਸ਼ਹੀਦੀਆਂ ਪ੍ਰਾਪਤ ਕਰ ਗਏ। ਸੋ ਜਿੰਨਾ ਚਿਰ ਇਹ ਜਿੱਤ ਨਹੀਂ ਪ੍ਰਾਪਤ ਹੁੰਦੀ ਉਹਨਾਂ ਚਿਰ ਉੱਥੋਂ ਮੁੜਨਾ ਨਹੀਂ। ਜਿੱਤ ਕੇ ਹੀ ਮੁੜਨਗੇ ਸਾਡੇ ਕਿਸਾਨ ਵੀਰ। ਇਹ ਜਿੱਤ ਅਟੱਲ ਹੈ, ਇਹ ਜਿੱਤ ਪੱਕੀ ਹੈ, ਇਹ ਜਿੱਤ ਜ਼ਰੂਰ ਹੋਊਗੀ। ਇਸ ਜਿੱਤ ਨੂੰ ਕੋਈ ਰੋਕ ਨਹੀਂ ਸਕਦਾ। ਇਹ ਅਰਦਾਸ ਕਰਦੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਜਿਨ੍ਹਾਂ ਵੀਰਾਂ ਨੇ ਸਮਾਂ ਦਿੱਤਾ ਸੁਣਨ ਦਾ ਉਹਨਾਂ ਦਾ ਵੀ ਧੰਨਵਾਦ ਜੀ। ਸੋ ਬਿਲਕੁਲ ਜੀ, ਜਿੱਤ ਸਾਡੀ ਪੱਕੀ ਹੈ, ਕਿਉਂਕਿ ਹਰ ਕੋਈ ਜਿਨ੍ਹਾਂ ਦੇ ਕੋਲ ਜ਼ਮੀਨ ਬੇਸ਼ੱਕ ਨਹੀਂ ਹੈ ਪਰ ਜ਼ਮੀਰ ਹੈ, ਉਹ ਕਿਸਾਨਾਂ ਦੇ ਨਾਲ ਹੈ। ਅਰਦਾਸ ਇਹੀ ਕਰ ਰਿਹਾ ਵੀ ਜੋ ਕਿਸਾਨ ਇੰਨੀ ਠੰਡ ਦੇ ਵਿੱਚ, ਇੰਨੀਆਂ ਆਫਤਾਂ ਦੇ ਵਿੱਚ ਉੱਥੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਉਹ ਜਿੱਤ ਕੇ ਹੀ ਵਾਪਸ ਪਰਤਣ। ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਉਹਨਾਂ ਦਾ ਇਹ ਮੋਰਚਾ ਫਤਿਹ ਕਰਵਾਵੇ। ਉੱਥੇ ਅਸੀਂ ਜ਼ਰੂਰ ਕਿਸਾਨਾਂ ਦੇ ਨਾਲ ਹਾਂ, ਤੇ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਿਸਾਨ ਵੀਰ ਜਿਹੜੇ ਉੱਥੇ ਡਟੇ ਹੋਏ ਨੇ, ਤਾਂ ਇਹ ਮੋਰਚਾ ਜਿਹੜਾ ਹੈਗਾ ਉਹ ਫਤਿਹ ਹੋ ਕੇ ਹੀ ਜਲਦ ਵਾਪਸ ਪਰਤੇ।